Who is the best healer? Secret of Soul Healing by ਬਾਪੂ ਜੀ। ਆਤਮਿਕ ਇਲਾਜ ਦਾ ਭੇਦ। ਪਰਮ ਸ਼ਾਂਤੀ। ਬਾਪੂ ਜੀ ਅਤੇ ਅਨੰਤ ਜੀ ਦੇ ਵਿਚਕਾਰ ਅੱਜ ਦੀ ਚਰਚਾ ਦਾ ਵਿਸ਼ਾ ਸੀਕ੍ਰੇਟ ਆਫ ਹੀਲਿੰਗ ਜਾਂ ਆਤਮਿਕ ਇਲਾਜ ਦਾ ਭੇਦ ਹੈ। ਬਾਪੂ ਜੀ ਦੀ ਹਿੰਦੀ ਦੀ ਓਰੀਜਨਲ ਵੀਡੀਓ ਹੂ ਇਜ਼ ਦਾ ਬੈਸਟ ਹੀਲਰ ਬਾਏ ਬਾਪੂ ਜੀ ਦੇ ਨਾਂ ਤੋਂ ਹੈ। ਪੰਜਾਬੀ ਦੀ ਇਹ ਵੀਡੀਓ ਹਿੰਦੀ ਵੀਡੀਓ ਦਾ ਅਨੁਵਾਦ ਹੈ। ਅਨੰਤ। ਪਰਮ ਸ਼ਾਂਤੀ ਬਾਪੂ ਜੀ, ਅੱਜ ਅਸੀਂ ਆਤਮਿਕ ਹੀਲਿੰਗ ਜਾਂ ਰੂਹਾਨੀ ਇਲਾਜ ਦੇ ਬਾਰੇ 'ਤੇ ਗੱਲ ਕਰਾਂਗੇ। ਮੇਰੇ ਕੋਲ ਬਹੁਤ ਸਾਰੇ ਸਵਾਲ ਹਨ ਹੀਲਿੰਗ ਦੇ ਬਾਰੇ 'ਤੇ। ਜਿਸ ਤਰ੍ਹਾਂ ਕਿ ਅੱਜ ਸਾਰੀ ਦੁਨੀਆ 'ਤੇ ਹੀਲਿੰਗ ਥੈਰੇਪੀ ਜਾਂ ਰੂਹਾਨੀ ਇਲਾਜ ਦੇ ਤਰੀਕੇ ਹਨ। ਹਰ ਜਗ੍ਹਾ 'ਤੇ ਵੱਖਰੇ ਵੱਖਰੇ ਨਾਮਾਂ ਨਾਲ, ਜਿਸ ਤਰ੍ਹਾਂ ਕਿ ਅਲਟਰਨੇਟ ਥਿਓਰੀ ਆਫ ਹੀਲਿੰਗ ਵੀ ਕਹਿੰਦੇ ਅਤੇ ਜਾਣਦੇ ਹਨ। ਹੀਲਿੰਗ ਦੀ ਪ੍ਰਕਿਰਿਆ ਦੇ ਅੰਦਰ ਪਾਵਰ ਨੂੰ ਟਰਾਂਸਫਰ ਯਾਨੀ ਇੱਕ ਮਨੁੱਖ ਤੋਂ ਦੂਸਰੇ ਮਨੁੱਖ 'ਤੇ ਭੇਜਿਆ ਜਾਂਦਾ ਹੈ। ਕੁਝ ਲੋਕੀ ਇਸ ਤਰ੍ਹਾਂ ਮੰਨਦੇ ਹਨ ਕਿ ਹੀਲਿੰਗ ਤੋਂ ਵਿਕਰਮ ਜਾਂ ਬੁਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਆਤਮਾ ਦੀ ਸਦਗਤੀ ਹੁੰਦੀ ਹੈ। ਹੀਲਿੰਗ ਦੇ ਬਹੁਤ ਸਾਰੇ ਫਾਇਦੇ ਦੱਸੇ ਜਾਂਦੇ ਹਨ ਤੇ ਇਹ ਸਭ ਅਸਲੀਅਤ ਤੇ ਕੀ ਹੈ, ਇਹ ਸਭ ਕੁਝ ਅਸੀਂ ਆਪ ਜੀ ਤੋਂ ਜਾਣਨਾ ਚਾਹਾਂਗੇ। ਮੈਂ ਆਪ ਜੀ ਤੋਂ ਇਹ ਵੀ ਜਾਣਨਾ ਚਾਹਾਂਗਾ ਕਿ ਹੀਲਰ ਜੋ ਹੁੰਦਾ ਹੈ ਯਾਨੀ ਜੋ ਹੀਲ ਯਾਨੀ ਪਾਵਰ ਦੇਣ ਦਾ ਕੰਮ ਕਰਦਾ ਹੈ, ਉਹ ਕਦੋਂ ਤੱਕ ਪਾਵਰ ਦੇ ਸਕਦਾ ਹੈ, ਉਸ ਦੇ ਕੋਲ ਪਾਵਰ ਕਿੱਥੋਂ ਆਉਂਦੀ ਹੈ। ਅਤੇ ਮੇਨ ਗੱਲ ਇਹ ਹੈ ਕਿ ਹੀਲਿੰਗ ਕਰਨ ਵਾਲਾ ਅਤੇ ਹੀਲਿੰਗ ਲੈਣ ਵਾਲਾ ਕਿ ਦੋਨਾਂ ਵਿੱਚ ਕਰਮ ਬੰਧਨ ਵੀ ਬਣ ਜਾਂਦੇ ਹਨ। ਅਸੀਂ ਇਹ ਵੀ ਸੁਣਿਆ ਹੈ ਕਿ ਪਹਿਲਾਂ ਸਾਧੂ ਸੰਤ ਵੀ ਹੀਲਿੰਗ ਕਰਦੇ ਸਨ ਤੇ ਇਸ ਵਿਸ਼ਾ ਦੇ ਬਾਰੇ 'ਤੇ ਆਪ ਜੀ ਤੋਂ ਜਾਣਨਾ ਚਾਹਾਂਗੇ। ਇੱਕ ਇਨਸਾਨ ਨੂੰ ਦੂਸਰੇ ਇਨਸਾਨ ਤੋਂ ਹੀਲਿੰਗ ਲੈਣੀ ਚਾਹੀਦੀ। ਅਤੇ ਦੂਸਰੀ ਇਹ ਗੱਲ ਹੈ ਕਿ ਅਲਟੀਮੇਟ ਯਾਨੀ ਆਖਰ 'ਤੇ ਜੋ ਸਭ ਤੋਂ ਵੱਡਾ ਅਤੇ ਆਖਰੀ ਹੀਲਰ ਹੈ ਪੂਰੀ ਦੁਨੀਆ ਦਾ, ਉਹ ਕੌਣ ਹੈ। ਇਸ ਤੋਂ ਬਾਅਦ ਹੈ ਕਿ ਹੀਲਿੰਗ ਕਰਨ ਵਾਲੇ ਹੀਲਿੰਗ ਤੋਂ ਬਾਅਦ ਬਿਮਾਰ ਹੁੰਦੇ ਹਨ ਕਿ ਗਰੁੱਪ ਹੀਲਿੰਗ ਪੋਸੀਬਲ ਜਾਂ ਸੰਭਵ ਹੈ। ਅੱਜ ਕੱਲ੍ਹ ਜਿਸ ਤਰ੍ਹਾਂ ਕਿ ਵਟਸਐਪ 'ਤੇ ਬਹੁਤ ਸਾਰੇ ਗਰੁੱਪ ਚੱਲਦੇ ਹਨ ਜਿਨ੍ਹਾਂ 'ਤੇ ਇਹ ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਬਿਮਾਰ ਹੋ ਤੇ ਆਪਣੀ ਫੋਟੋ ਦੇ ਦਿਓ ਤੇ ਜੋ ਪੂਰੇ ਗਰੁੱਪ ਦੇ ਮੈਂਬਰਸ ਹਨ ਉਹ ਸਾਰੇ ਤੁਹਾਨੂੰ ਹੀਲ ਕਰਨਗੇ। ਜੇਕਰ ਕਿਸੇ ਹੀਲਰ ਦੀ ਮਨ ਦੀ ਅਵਸਥਾ ਠੀਕ ਨਹੀਂ ਹੈ ਤੇ ਉਹ ਉਸੇ ਵਕਤ ਉਹ ਹੀਲਿੰਗ ਕਰਦਾ ਹੈ ਤੇ ਉਸ ਦੀ ਹੀਲਿੰਗ ਦਾ ਕੀ ਨਤੀਜਾ ਹੁੰਦਾ ਹੈ। ਅਤੇ ਜਿਸ ਤਰ੍ਹਾਂ ਕਿ ਆਪ ਜੀ ਕਈ ਵਾਰ ਦੱਸਦੇ ਹੋ ਕਿ ਜੋ ਨੈਗੇਟਿਵ ਜਾਂ ਬੁਰੀ ਸੋਚ ਵਾਲੀਆਂ ਆਤਮਾਵਾਂ ਹਨ ਉਹਨਾਂ ਦੀ ਪਰਛਾਵਾਂ ਵੀ ਨਹੀਂ ਲੈਣਾ ਚਾਹੀਦਾ। ਤੇ ਜੇਕਰ ਸਾਨੂੰ ਕੋਈ ਐਸਾ ਹੀਲਰ ਮਿਲ ਜਾਏ ਜੋ ਕਿ ਅੰਦਰੋਂ ਬੁਰੇ ਜਾਂ ਨੈਗੇਟਿਵ ਵਿਚਾਰਾਂ ਵਾਲਾ ਹੈ ਪਰ ਬਾਹਰੋਂ ਪੋਜ਼ਿਟਿਵ ਹੈ ਤੇ ਉਸ ਤੋਂ ਹੀਲਿੰਗ ਕਰਵਾਉਣ 'ਤੇ ਸਾਡੀ ਆਤਮਾ 'ਤੇ ਕੀ ਅਸਰ ਹੋਏਗਾ, ਇਹ ਸਾਰਾ ਕੁਝ ਹਰ ਗੱਲ ਅਸੀਂ ਆਪ ਜੀ ਤੋਂ ਹੀਲਿੰਗ ਦੇ ਬਾਰੇ 'ਤੇ ਪੁੱਛਣਾ ਚਾਹਾਂਗੇ। ਕਿਰਪਾ ਕਰਕੇ ਆਪ ਜੀ ਸਾਨੂੰ ਸੱਚ ਕੀ ਹੈ ਉਹ ਦੱਸੋ। ਬਾਪੂ ਜੀ, ਵੇਖੋ ਅੱਜ ਕੱਲ੍ਹ ਹੀਲਿੰਗ ਦਾ ਦੁਨੀਆ 'ਤੇ ਬਹੁਤ ਨਾਂ ਹੋ ਗਿਆ ਹੈ। ਵੱਖਰੇ ਵੱਖਰੇ ਤਰੀਕੇ ਦੀ ਹੀਲਿੰਗ ਦੀ ਥੈਰੇਪੀ ਹੈ। ਥੈਰੇਪੀ ਵੀ ਬਹੁਤ ਵੱਖ-ਵੱਖ ਤਰੀਕੇ ਦੀ ਹੈ। ਕੋਈ ਕਿਸੇ ਤਰੀਕੇ ਨਾਲ ਕਰਦਾ ਹੈ, ਕੋਈ ਕਿਸੇ ਤਰੀਕੇ ਨਾਲ ਕਰਦਾ ਹੈ। ਪਰ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਹੀਲਿੰਗ ਕਰਨ ਵਾਲੇ ਅਤੇ ਹੀਲਿੰਗ ਕਰਾਉਣ ਵਾਲੇ ਜੋ ਮਨੁੱਖ ਹਨ ਉਹਨਾਂ ਦੋਨਾਂ ਦੇ ਵਿੱਚ ਪਾਵਰ ਟਰਾਂਸਫਰ ਯਾਨੀ ਪਾਵਰ ਦੀ ਅਦਲਾ ਬਦਲੀ ਹੁੰਦੀ ਹੈ। ਖਾਸ ਤੇ ਇਹੀ ਗੱਲ ਹੈ ਕਿ ਹੀਲਿੰਗ ਦੇਣ ਵਾਲਾ ਮਨੁੱਖ ਆਪਣੀ ਪਾਵਰ ਟਰਾਂਸਫਰ ਕਰ ਰਿਹਾ ਹੈ ਹੀਲਿੰਗ ਲੈਣ ਵਾਲੇ ਮਨੁੱਖ ਨੂੰ। ਜਿਸ ਤਰ੍ਹਾਂ ਕਿ ਕੋਈ ਦੁਖੀ ਆਤਮਾ ਹੈ, ਬਹੁਤ ਪਰੇਸ਼ਾਨ ਹੈ, ਕੋਈ ਰੋਗ ਹੋ ਗਿਆ ਹੈ ਤੇ ਅਲਟੀਮੇਟਲੀ ਜਾਂ ਹਾਰ ਕੇ ਲੋਕੀ ਹੀਲਿੰਗ ਥੈਰੇਪੀ ਵਾਲੇ ਕੋਲ ਜਾਂਦੇ ਹਨ, ਹੀਲਰਾਂ ਦੇ ਕੋਲ ਜਾਂਦੇ ਹਨ। ਤੁਸੀਂ ਹੁਣੇ ਮੇਰੇ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਪਹਿਲਾਂ ਰਿਸ਼ੀ ਮੁਨੀ ਵੀ ਹੀਲਿੰਗ ਕਰਦੇ ਸਨ। ਪਹਿਲਾਂ ਰਿਸ਼ੀ ਮੁਨੀਆਂ ਦੀਆਂ ਜੋ ਮਨੁੱਖ ਆਤਮਾਵਾਂ ਦੀ ਪਾਵਰ ਸੀ ਅਤੇ ਅੱਜ ਜੋ ਹੀਲਿੰਗ ਦੇਣ ਵਾਲੀ ਮਨੁੱਖ ਆਤਮਾ ਦੀ ਪਾਵਰ ਹੈ, ਤੇ ਕੀ ਤੁਸੀਂ ਉਹਨਾਂ ਦੋਨਾਂ ਦੀ ਆਤਮਾਵਾਂ ਦੀ ਪਾਵਰ ਟੈਲੀ ਜਾਂ ਮਿਲਾ ਕੇ ਵੇਖ ਸਕਦੇ ਹੋ। ਜੋ ਪਹਿਲੇ ਦੇ ਰਿਸ਼ੀ ਮੁਨੀ ਸਨ ਉਹ ਡਾਇਰੈਕਟ ਪਾਵਰ ਹਾਊਸ ਮਤਲਬ ਪਰਮਾਤਮਾ ਤੋਂ ਕਨੈਕਸ਼ਨ ਕਰਕੇ ਯਾਨੀ ਡਾਇਰੈਕਟ ਨਿਰਾਕਾਰ ਪਾਵਰ ਹਾਊਸ ਤੋਂ ਪਾਵਰ ਲੈਂਦੇ ਸਨ ਜਾਂ ਕਿਤੇ ਨਾ ਕਿਤੇ ਹਾਈ ਅਥਾਰਟੀ ਤੋਂ ਪਾਵਰ ਲੈਂਦੇ ਸਨ। ਕੋਈ ਮਨੁੱਖ ਆਤਮਾ ਤੋਂ ਪਾਵਰ ਨਹੀਂ ਲੈਂਦੇ ਸੀ, ਉਹ ਨਿਰਾਕਾਰ ਪਰ ਬ੍ਰਹਮ ਪਰਮੇਸ਼ਰ ਤੋਂ ਪਾਵਰ ਲੈਂਦੇ ਸਨ। ਰਿਸ਼ੀ ਮੁਨੀਆਂ ਕੋਲ ਪਾਵਰ ਹੁੰਦੀ ਸੀ
ਅਤੇ ਉਹ ਦੂਰ ਬੈਠੇ ਬੈਠੇ ਹੀ ਜੇਕਰ ਕੋਈ ਆਤਮਾ ਦੁੱਖ ਦਰਦ ਨਾਲ ਤੜਫ ਰਹੀ ਹੈ ਤੇ ਉਸ ਨੂੰ ਇਮਰਜ ਕਰਕੇ ਮਤਲਬ ਉਸ ਦਾ ਧਿਆਨ ਕਰਕੇ ਪਾਵਰ ਟ੍ਰਾਂਸਫਰ ਕਰਕੇ ਹੀਲਿੰਗ ਕਰਦੇ ਸਨ ਅਤੇ ਉਸ ਆਤਮਾ ਨੂੰ ਇੱਕ ਘੜੀ ਤੇ ਹੀ ਠੀਕ ਕਰ ਦਿੰਦੇ ਸਨ। ਜਦੋਂ ਵੱਡੇ ਰਿਸ਼ੀ ਮੁਨੀ ਸਮਾਧੀ ਅਵਸਥਾ ਤੇ ਜਾਂਦੇ ਸਨ ਤੇ ਉਹ ਪੂਰੀ ਦੁਨੀਆ ਨੂੰ ਆਪਣੀ ਦਿਵ ਦ੍ਰਿਸ਼ਟੀ ਦੇ ਰਾਹੀਂ ਵੇਖਦੇ ਸਨ। ਜੇਕਰ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਆਤਮਾ ਸੱਚਮੁੱਚ ਹੀ ਦੁਖੀ ਹੈ ਤੇ ਉਸ ਨੂੰ ਆਪਣੀ ਪਾਵਰ ਟ੍ਰਾਂਸਫਰ ਕਰਕੇ ਇੱਕ ਘੜੀ ਤੇ ਹੀ ਉਸ ਦਾ ਦੁੱਖ ਦਰਦ ਖਤਮ ਕਰ ਦਿੰਦੇ ਸਨ। ਜਿਸ ਤਰ੍ਹਾਂ ਕਿ ਕੋਈ ਅੰਨਾ ਹੈ ਤੇ ਉਸ ਨੂੰ ਆਪਣੀ ਪਾਵਰ ਦੇ ਰਾਹੀਂ ਠੀਕ ਕਰ ਦਿੰਦੇ ਸਨ। ਅੰਨਾ ਵੀ ਵੇਖਣ ਲੱਗ ਜਾਂਦਾ ਸੀ। ਵੱਡੇ ਵੱਡੇ ਰੋਗੀ ਕੋੜੀ ਵੀ ਠੀਕ ਹੋ ਜਾਂਦੇ ਸਨ। ਜੇਕਰ ਐਸੇ ਰਿਸ਼ੀ ਮੁਨੀਆਂ ਦੀ ਅੱਜ ਸੋਚ ਕਰੀਏ ਅਤੇ ਅੱਜ ਦੇ ਜੋ ਮਨੁੱਖ ਹੀਲਿੰਗ ਕਰ ਰਹੇ ਹਨ ਫਿਰ ਇਹਨਾਂ ਦੀ ਸੋਚ ਕਰੀਏ ਤੇ ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਲੱਗਦਾ ਹੈ। ਅੱਜ ਕੱਲ੍ਹ ਜੇਕਰ ਦੋਨਾਂ ਹੀ ਬਰਾਬਰੀ ਕਰੀਏ ਤੇ ਬਹੁਤ ਫਰਕ ਹੈ। ਅੱਜ ਹੀਲਿੰਗ ਕੌਣ ਕਰ ਰਿਹਾ ਹੈ? ਹੁਣ ਤੇ ਹੀਲਿੰਗ ਤੇ ਇੱਕ ਧੰਦਾ ਬਣ ਗਿਆ ਹੈ ਤੇ ਜੋ ਹੀਲਿੰਗ ਕਰ ਰਿਹਾ ਹੈ ਜੇਕਰ ਉਸ ਦੇ ਕੋਲ ਪਾਵਰ ਨਹੀਂ ਹੈ ਤੇ ਉਹ ਦੂਸਰੇ ਨੂੰ ਕੀ ਪਾਵਰ ਦੇਗਾ? ਪਹਿਲਾਂ ਰਿਸ਼ੀ ਮੁਨੀਆਂ ਦੇ ਕੋਲ ਪਾਵਰ ਕਿੱਥੋਂ ਦੀ ਆਉਂਦੀ ਸੀ ਅਤੇ ਅੱਜ ਹੀਲਿੰਗ ਕਰਨ ਵਾਲੇ ਪਾਵਰ ਕਿੱਥੋਂ ਲੈ ਰਹੇ ਹਨ? ਆਨੰਦ ਬਾਪੂ ਜੀ ਆਪ ਜੀ ਨੂੰ ਮੈਂ ਥੋੜਾ ਸੰਖੇਪ ਤੇ ਦੱਸਣਾ ਚਾਹਾਂਗਾ ਕਿ ਅੱਜ ਕੱਲ੍ਹ ਜੋ ਹੀਲਰ ਹਨ ਉਹ ਐਂਜਲ ਜਾਂ ਫਰਿਸ਼ਤੇ ਤੋਂ ਪਾਵਰ ਲੈਂਦੇ ਹਨ, ਭਾਵੇਂ ਉਹ ਕੋਈ ਦੇਵੀ ਦੇਵਤਾ ਹੋਵੇ ਜਾਂ ਕੋਈ ਰੂਹਾਨੀ ਆਤਮਾ ਹੋਵੇ ਜਾਂ ਜਿਸ ਨੂੰ ਫਰਿਸ਼ਤੇ ਵੀ ਕਿਹਾ ਜਾਂਦਾ ਹੈ। ਚੰਗੀਆਂ ਆਤਮਾਵਾਂ, ਰੂਹਾਂ, ਇਸ ਤਰ੍ਹਾਂ ਦੇ ਬਹੁਤ ਸਾਰੇ ਨਾਂ ਹਨ ਜਿੰਨੇ ਵੀ ਆਪ ਜੀ ਸੋਚ ਸਕੋ। ਪਰ ਇੱਥੇ ਸਾਡੀ ਮੇਨ ਗੱਲ ਇਹ ਹੋ ਰਹੀ ਹੈ ਕਿ ਅਸਲੀਅਤ ਤੇ ਉਹਨਾਂ ਐਂਜਲਸ ਕੋਲ ਕੀ ਪਾਵਰ ਹੈ। ਬਾਪੂ ਜੀ ਵੇਖੋ, ਇੱਕ ਗੱਲ ਦੱਸਦਾ ਹਾਂ ਕਿ ਕੋਈ ਵੀ ਮਨੁੱਖ ਆਤਮਾ ਭਾਵੇਂ ਐਂਜਲ ਤੋਂ ਜਾਂ ਫਰਿਸ਼ਤੇ ਤੋਂ ਪਾਵਰ ਲਵੇ ਪਰ ਉਹ ਐਂਜਲ ਕਿੰਨੀ ਦੂਰ ਰਹਿੰਦੇ ਹਨ ਤੁਸੀਂ ਸੋਚੋ। ਅੱਜ ਸਾਇੰਸ ਵਾਲੇ ਦੱਸਦੇ ਹਨ ਕਿ ਸਾਡੇ ਸੂਰਜ ਦੀ ਗ੍ਰੈਵਿਟੀ 75,000 ਕਰੋੜ ਕਿਲੋਮੀਟਰ ਦੂਰ ਤੱਕ ਜਾਂਦੀ ਹੈ ਤੇ ਇਹ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਜਦੋਂ ਤੱਕ ਕੋਈ ਵੀ ਆਤਮਾ ਭਾਵੇਂ ਉਹ ਸੂਖਮ ਜਗਤ ਤੇ ਹੀ ਵੀ ਹੋਵੇ ਸੂਰਜ ਦੀ ਗ੍ਰੈਵਿਟੀ ਤੇ ਰਹਿੰਦੀ ਹੈ, ਭਾਵੇਂ ਉਹ ਫਰਿਸ਼ਤਾ ਹੀ ਹੋਵੇ ਜਾਂ ਜੋ ਵੀ ਤੁਸੀਂ ਉਸ ਨੂੰ ਕਹਿੰਦੇ ਹੋ, ਤੇ ਜੇਕਰ ਉਹ ਹੀਲਰ ਉਸ ਤੋਂ ਪਾਵਰ ਲੈਂਦਾ ਹੈ ਤੇ ਉਸ ਤੇ ਕਿੰਨੀ ਪਾਵਰ ਹੋਏਗੀ ਤੁਸੀਂ ਸਮਝੋ ਕਿ ਜੋ ਸੂਰਜ ਦੀ ਗ੍ਰੈਵਿਟੀ 'ਚ ਰਹਿੰਦਾ ਹੈ ਭਾਵੇਂ ਉਹ 75,000 ਕਰੋੜ ਕਿਲੋਮੀਟਰ ਦੂਰ ਉੱਥੋਂ ਤੱਕ ਸੂਰਜ ਦੀ ਗ੍ਰੈਵਿਟੀ ਜਾਂਦੀ ਹੈ ਤੇ ਜਿੱਥੋਂ ਤੱਕ ਸੂਰਜ ਦੀ ਗ੍ਰੈਵਿਟੀ ਜਾਂਦੀ ਹੈ ਜੇਕਰ ਉਹ ਫਰਿਸ਼ਤਾ ਹੀ ਹੋਵੇ ਤਾਂ ਵੀ ਉਸ ਦਾ 3 ਤੱਤਾਂ ਦਾ ਸਰੀਰ ਹੈ ਤੇ ਫਰਿਸ਼ਤਿਆਂ ਦੀ ਬਾਡੀ ਦੇ ਅੰਦਰ ਵੀ ਅਗਨ ਤੱਤ ਹੈ ਤੇ ਅਗਨ ਤੱਤ ਦੀ ਗ੍ਰੈਵਿਟੀ ਸੂਰਜ ਦੀ ਗ੍ਰੈਵਿਟੀ ਨੂੰ ਖਿੱਚੇਗੀ ਨਾ। ਫਰਿਸ਼ਤਿਆਂ ਦੀ ਵੀ ਬਾਡੀ ਹੁੰਦੀ ਹੈ, ਉਹ ਨਿਰਾਕਾਰ ਨਹੀਂ ਹੁੰਦੇ। ਆਨੰਦ ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਹੈ ਆਕਾਸ਼, ਵਾਯੂ ਅਤੇ ਅਗਨ ਦੀ ਬਾਡੀ। ਬਾਪੂ ਜੀ ਹਾਂ, ਤੇ ਫਰਿਸ਼ਤਿਆਂ ਦੀ 3 ਤੱਤਾਂ ਦੀ ਯਾਨੀ ਆਕਾਸ਼, ਵਾਯੂ ਅਤੇ ਅਗਨ ਦੀ ਬਾਡੀ ਹੁੰਦੀ ਹੈ ਤੇ ਜਿਨ੍ਹਾਂ ਦੀ ਬਾਡੀ ਹੁੰਦੀ ਹੈ ਉਹਨਾਂ ਨੇ ਅੰਦਰ ਪਾਵਰ ਨਹੀਂ ਹੁੰਦੀ। ਫਰਿਸ਼ਤਿਆਂ ਦੇ ਅੰਦਰ ਇੱਕ ਲਿਮਿਟਿਡ ਜਾਂ ਸੀਮਤ ਪਾਵਰ ਵੀ ਨਹੀਂ ਹੁੰਦਾ ਤੇ ਕੀ ਹੁੰਦਾ ਹੈ? ਆਨੰਦ ਵੈਸੇ ਤੇ ਫਰਿਸ਼ਤਿਆਂ ਦੇ ਸਰੀਰ ਨੂੰ ਲਾਈਟ ਜਾਂ ਪ੍ਰਕਾਸ਼ ਦਾ ਦੱਸਿਆ ਗਿਆ ਹੈ। ਬਾਪੂ ਜੀ ਪ੍ਰਕਾਸ਼ ਦਾ ਸਰੀਰ ਤੇ 3 ਤੱਤਾਂ ਵਾਲੇ ਭੂਤਾਂ ਪ੍ਰੇਤਾਂ ਦਾ ਵੀ ਹੁੰਦਾ ਹੈ। ਭੂਤਾਂ ਪ੍ਰੇਤਾਂ ਦਾ ਵੀ 3 ਤੱਤਾਂ ਦਾ ਸਰੀਰ ਹੁੰਦਾ ਹੈ ਨਾ। ਭੂਤ ਪ੍ਰੇਤ ਵੀ ਜੇਕਰ ਚਾਹਣ ਤੇ 1 ਸੈਕਿੰਡ ਤੇ ਅਮਰੀਕਾ ਜਾ ਸਕਦੇ ਹਨ, 1 ਸੈਕਿੰਡ ਤੇ ਉੱਪਰ ਜਾ ਸਕਦੇ ਹਨ। ਆਨੰਦ ਪਰ ਸਾਡੀ ਇੱਥੇ ਹੀਲਿੰਗ ਕਿਸ ਤਰ੍ਹਾਂ ਹੋ ਰਹੀ ਹੈ ਇਹ ਗੱਲ ਚੱਲ ਰਹੀ ਹੈ। ਬਾਪੂ ਜੀ ਹਾਂ, ਹੀਲਰ ਜਿਸ ਤੋਂ ਵੀ ਪਾਵਰ ਲੈ ਰਹੇ ਹਨ ਕਿ ਉਹਨਾਂ ਕੋਲ ਪਾਵਰ ਹੈ। ਜਦ ਉਹਨਾਂ ਕੋਲ ਯਾਨੀ ਫਰਿਸ਼ਤਿਆਂ ਕੋਲ ਹੀ ਪਾਵਰ ਨਹੀਂ ਹੈ ਤੇ ਜਦੋਂ ਹੀਲਰ ਦੂਸਰਿਆਂ ਨੂੰ ਪਾਵਰ ਟ੍ਰਾਂਸਫਰ ਕਰਦੇ ਹਨ ਤੇ ਉਹ ਕੀ ਟ੍ਰਾਂਸਫਰ ਕਰਦੇ ਹੋਣਗੇ ਤੇ ਫਿਰ ਉਹਨਾਂ ਕੋਲ ਜੋ ਹੁੰਦਾ ਹੈ ਉਹੀ ਦੂਸਰਿਆਂ ਨੂੰ ਟ੍ਰਾਂਸਫਰ ਹੋਏਗਾ ਨਾ। ਜਦੋਂ ਤੁਸੀਂ ਕਿਸੇ ਦੀ ਬਾਡੀ ਨੂੰ ਟੱਚ ਜਾਂ ਸਪਰਸ਼ ਕਰਦੇ ਹੋ ਤੇ ਹੀਲਿੰਗ ਕਰਨ ਵਾਲੇ ਦੇ ਅੰਦਰ ਜੋ ਵੀ ਪਾਵਰ ਹੋਏਗਾ ਉਹੀ ਦੂਸਰਿਆਂ ਨੂੰ ਟ੍ਰਾਂਸਫਰ ਹੋਏਗਾ ਨਾ। ਫਿਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜੇਕਰ ਉਹਨਾਂ ਦੇ ਮਨ ਦੀ ਅਵਸਥਾ ਠੀਕ ਨਹੀਂ ਹੈ ਯਾਨੀ ਹੀਲਿੰਗ ਕਰਨ ਵਾਲੇ ਦੀ ਮਨ ਦੀ ਅਵਸਥਾ ਠੀਕ ਨਹੀਂ ਹੈ ਅਤੇ ਬੁੱਧ ਤੋਂ ਉਹ ਕਿਸੇ ਨੂੰ ਯਾਦ ਕਰ ਰਿਹਾ ਹੈ ਅਤੇ ਉਸ ਨੂੰ ਯਾਦ ਕਰਨ ਕਰਕੇ ਗੁੱਸੇ ਤੇ ਹੈ ਤੇ ਉਸ ਦਾ ਯਾਨੀ ਹੀਲਰ ਦਾ ਔਰਾ ਲਾਲ ਰੰਗ ਦਾ ਹੋ ਜਾਏਗਾ ਅਤੇ ਉਸ ਦਾ ਗੁੱਸਾ ਦੂਸਰੇ ਤੇ ਯਾਨੀ ਹੀਲਿੰਗ ਕਰਾਉਣ ਵਾਲੇ ਤੇ ਟ੍ਰਾਂਸਫਰ ਹੋ ਜਾਏਗਾ। ਤੇ ਅੱਜ ਹੀਲਰ ਕੀ ਕਰ ਰਹੇ ਹਨ ਇਹ ਵੇਖਣਾ ਚਾਹੀਦਾ।
ਹੀਲਰ ਕੀ ਜਿਸ ਤਰ੍ਹਾਂ ਰਿਸ਼ੀ ਮੁਨੀ ਤਪਸਵੀ ਹੁੰਦੇ ਸਨ ਅਤੇ ਉਹ ਨਿਰਾਕਾਰ ਪਰਬ੍ਰਹਮ ਪਰਮੇਸ਼ਰ ਤੋਂ ਪਾਵਰ ਲੈਂਦੇ ਸਨ, ਕੀ ਹੀਲਰ ਲੈਂਦੇ ਹਨ? ਅਨੰਤ: ਬਾਪੂ ਜੀ, ਆਪ ਜੀ ਨੂੰ ਹੀਲਿੰਗ ਦੇ ਬਾਰੇ ਤੇ ਇੱਕ ਹੋਰ ਗੱਲ ਦੱਸਦਾ ਹਾਂ ਕਿ ਜੋ ਹੀਲਰ ਹੈ ਉਹ ਇੱਕ ਤਰ੍ਹਾਂ ਨਾਲ ਮੀਡੀਏਟਰ ਯਾਨੀ ਵਿਚੋਲਾ ਬਣ ਜਾਂਦਾ ਹੈ। ਆਪਣੇ ਐਂਜਲ ਜਾਂ ਫਰਿਸ਼ਤੇ ਜਾਂ ਜਿਸ ਕਿਸੇ ਤੋਂ ਵੀ ਉਹ ਮੰਨਦਾ ਹੈ ਉਸ ਤੋਂ ਪਾਵਰ ਲੈ ਕੇ ਜੋ ਸਾਹਮਣੇ ਹੀਲਿੰਗ ਕਰਾਉਣ ਵਾਲਾ ਹੈ ਉਸ ਨੂੰ ਪਾਵਰ ਟਰਾਂਸਫਰ ਕਰਦਾ ਹੈ। ਇਹ ਇਹਨਾਂ ਦੀ ਪਾਵਰ ਹੁੰਦੀ ਹੈ ਕਿਉਂਕਿ ਆਤਮਾ ਦੀ ਆਪਣੀ ਖੁਦ ਦੀ ਪਾਵਰ ਤੇ ਹੈ ਨਹੀਂ। ਬਾਪੂ ਜੀ, ਵੇਖੋ, ਜੇਕਰ ਐਂਜਲ ਤੋਂ ਵੀ ਪਾਵਰ ਲਓ, ਭਾਵੇਂ ਉਹ ਕੋਈ ਵੀ ਐਂਜਲ ਹੋਵੇ, ਤੇ ਐਂਜਲ ਕਿੰਨੀ ਦੂਰ ਹੈ। ਜੋ ਵੀ ਸੂਰਜ ਦੀ ਗ੍ਰੈਵਿਟੀ ਤੇ ਆਉਂਦੇ ਹਨ ਉਹਨਾਂ ਦੇ ਕੋਲ ਪਾਵਰ ਨਹੀਂ ਹੁੰਦੀ। ਆਤਮਾ ਦਾ ਇੱਕ ਕਾਮਨ ਨਿਯਮ ਹੈ ਕਿ ਜੋ ਵੀ ਆਤਮਾ ਸੂਰਜ ਦੀ ਗ੍ਰੈਵਿਟੀ ਤੇ ਆਂਦੀ ਹੈ, ਮਤਲਬ ਉਹ ਆਤਮਾ ਕਰਮ ਦੇ ਹਿਸਾਬ ਕਿਤਾਬ ਤੇ ਹੈ, ਭਾਵੇਂ ਉਹ ਫਰਿਸ਼ਤਾ ਹੋਵੇ, ਭਾਵੇਂ 3 ਤੱਤਾਂ ਤੇ ਹੈ ਜਾਂ 5 ਤੱਤਾਂ ਤੇ ਹੈ। ਅਨੰਤ: ਤੇ ਇਸ ਦਾ ਮਤਲਬ ਇਹ ਹੋਇਆ ਕਿ ਹੀਲਿੰਗ ਦੇਣ ਵਾਲਾ ਅਤੇ ਹੀਲਿੰਗ ਲੈਣ ਵਾਲਾ ਦੋਨੋਂ ਹੀ ਹੀਲਿੰਗ ਦੇ ਦੌਰਾਨ ਕਰਮ ਬੰਨਣ ਜਾਂ ਕਰਮਾਂ ਦੇ ਹਿਸਾਬ ਕਿਤਾਬ ਤੇ ਆਉਂਦੇ ਹਨ। ਬਾਪੂ ਜੀ, ਕਰਮਾਂ ਦੇ ਹਿਸਾਬ ਕਿਤਾਬ ਤੇ ਆਣਗੇ ਹੀ ਨਾ। ਕਰਮਾਂ ਦੀ ਥਿਉਰੀ ਤੇ ਹਰ ਕਿਸੇ ਨੂੰ ਲਾਗੂ ਪੈਂਦੀ ਹੈ। ਅਨੰਤ: ਤੇ ਫਿਰ ਪਾਪ ਦਾ ਕਿਸ ਤਰ੍ਹਾਂ ਨਾਸ ਹੋਏਗਾ ਹੀਲਿੰਗ ਕਰਾਉਣ ਨਾਲ? ਬਾਪੂ ਜੀ, ਪਹਿਲਾਂ ਤੇ ਮੈਂ ਇਹੀ ਦੱਸਦਾ ਹਾਂ ਕਿ ਅੱਜ ਦੀ ਦੁਨੀਆ ਤੇ ਜੋ ਹੀਲਰ ਹਨ ਉਹਨਾਂ ਦਾ ਹੀਲਿੰਗ ਦਾ ਇੱਕ ਬਹੁਤ ਵੱਡਾ ਧੰਦਾ ਬਣ ਕੇ ਸਾਹਮਣੇ ਆਇਆ ਹੈ। ਅਤੇ ਫਿਰ ਉੱਪਰੋਂ ਦੀ ਇਹ ਕਿ ਉਹਨਾਂ ਕੋਲ ਪਾਵਰ ਹੀ ਨਹੀਂ ਹੈ, ਤੇ ਇਹਨਾਂ ਕੋਲੋਂ ਦੀ ਹੀਲਿੰਗ ਲੈਣ ਵਾਲੇ ਨੂੰ ਕੀ ਟਰਾਂਸਫਰ ਹੋਏਗਾ। ਅਤੇ ਤੁਸੀਂ ਇੱਕ ਹੋਰ ਗੱਲ ਵੀ ਦੱਸ ਰਹੇ ਹੋ ਕਿ ਅੱਜ ਕੱਲ੍ਹ ਗਰੁੱਪ ਹੀਲਿੰਗ ਕਰ ਰਹੇ ਹਨ, ਇੱਕ ਫੋਟੋ ਰੱਖ ਕੇ। ਪਰ ਗੱਲ ਇਹ ਹੈ ਕਿ ਪਾਵਰ ਦੇਣ ਵਾਲੇ ਕੋਲ ਅੱਜ ਹੀਲਿੰਗ ਦੀ ਪਾਵਰ ਨਹੀਂ ਹੈ। ਅਨੰਤ: ਬਾਪੂ ਜੀ, ਉਹ ਗਰੁੱਪ ਦੇ ਵਿੱਚ ਫੋਟੋ ਰੱਖ ਕੇ ਸਾਰੇ ਗਰੁੱਪ ਦੇ ਮੈਂਬਰਸ ਨੂੰ ਕਹਿੰਦੇ ਹਨ ਕਿ ਤੁਸੀਂ ਇਸ ਨੂੰ ਸ਼ੁਭ ਭਾਵਨਾਵਾਂ ਜਾਂ ਚੰਗੀਆਂ ਭਾਵਨਾਵਾਂ ਦਿਓ, ਯਾਨੀ ਪੋਜ਼ਿਟਿਵ ਪਾਵਰ ਦਿਓ। ਬਾਪੂ ਜੀ, ਪਰ ਸ਼ੁਭ ਭਾਵਨਾਵਾਂ ਵੀ ਕੌਣ ਦੇ ਸਕਦਾ ਹੈ? ਇੱਕ ਗੱਲ ਦੱਸਦਾ ਹਾਂ ਕਿ ਆਸ਼ੀਰਵਾਦ ਵੀ ਕੌਣ ਦੇ ਸਕਦਾ ਹੈ? ਅਨੰਤ: ਜਿਸ ਦੇ ਕੋਲ ਕੁਝ ਹੋਵੇ। ਬਾਪੂ ਜੀ, ਇੱਕ ਗੱਲ ਦੱਸੋ, ਇਹ ਕਿਹਾ ਜਾਂਦਾ ਹੈ ਨਾ ਕਿ ਆਸ਼ੀਰਵਾਦ ਦੇਣ ਵਾਲਾ ਤਿਆਗੀ ਤਪਸਵੀ ਹੋਵੇ। ਜਿਸ ਦੇ ਕੋਲ ਪਾਵਰ ਹੋਵੇ ਤਾਂ ਹੀ ਆਸ਼ੀਰਵਾਦ ਮਿਲੇਗਾ ਨਾ। ਜਿਸ ਤਰ੍ਹਾਂ ਕਿ ਮੰਨ ਲਓ ਕਿ ਤੁਸੀਂ ਇੱਕ ਹੀਲਿੰਗ ਕਰਾਉਣ ਵਾਲੇ ਹੋ ਤੇ ਹੀਲਿੰਗ ਕਰਾਉਣ ਵਾਲਾ ਤੁਹਾਨੂੰ ਸ਼ੁਭ ਭਾਵਨਾਵਾਂ ਦਿੰਦਾ ਹੈ। ਹੁਣ ਤੁਹਾਡੇ ਅੰਦਰ ਉਸ ਦੀ ਭਾਵਨਾਵਾਂ ਤੇ ਜਾ ਰਹੀਆਂ ਹਨ, ਪਰ ਭਾਵਨਾਵਾਂ ਤੇ ਪਾਵਰ ਨਹੀਂ ਹੈ। ਜੇਕਰ ਉਸ ਦੇ ਅੰਦਰ ਵਿਕਾਰਾਂ ਦਾ ਕੂੜਾ ਕਚਰਾ ਭਰਿਆ ਹੈ ਤੇ ਤੁਹਾਡੇ ਅੰਦਰ ਕੂੜਾ ਕਚਰਾ ਹੀ ਆਏਗਾ ਨਾ। ਹੁਣ ਦੇਣ ਵਾਲਾ ਤੇ ਦੇ ਰਿਹਾ ਹੈ, ਭਾਵੇਂ ਉਹ ਪਾਵਰ ਦੇ ਰਿਹਾ ਹੈ, ਭਾਵੇਂ ਆਸ਼ੀਰਵਾਦ ਦੇ ਰਿਹਾ ਹੈ, ਭਾਵੇਂ ਕੁਝ ਵੀ ਦੇ ਰਿਹਾ ਹੈ, ਪਰ ਦੇਣ ਵਾਲੇ ਦੇ ਅੰਦਰ ਕੂੜਾ ਕਚਰਾ ਹੀ ਭਰਿਆ ਹੈ, ਨੈਗੇਟਿਵਿਟੀ ਭਰੀ ਹੈ। ਉਸ ਦੀ ਆਤਮਾ ਦੇ ਅੰਦਰ ਕੂੜਾ ਕਚਰਾ ਹੀ ਭਰਿਆ ਹੈ, ਨੈਗੇਟਿਵਿਟੀ ਹੀ ਭਰੀ ਹੈ, ਤੇ ਲੈਣ ਵਾਲੇ ਦੇ ਅੰਦਰ ਕੀ ਟਰਾਂਸਫਰ ਹੋਏਗਾ? ਤੇ ਇਹ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਜਿਸ ਦੇ ਕੋਲ ਜੋ ਹੋਏਗਾ ਉਹ ਦੂਸਰੇ ਨੂੰ ਉਹੀ ਦੇ ਸਕਦਾ ਹੈ। ਉਹ ਜੋ ਪਹਿਲਾਂ ਰਿਸ਼ੀ ਮੁਨੀ ਹੁੰਦੇ ਸਨ ਉਹ ਡਾਇਰੈਕਟ ਨਿਰਾਕਾਰ ਪਰ ਬ੍ਰਹਮ ਪਰਮੇਸ਼ਰ ਨੂੰ ਯਾਦ ਕਰਦੇ ਸਨ, ਨਿਰਾਕਾਰ ਪਾਵਰ ਹਾਊਸ ਤੋਂ ਕਨੈਕਟ ਜਾਂ ਜੁੜੇ ਹੁੰਦੇ ਸਨ, ਅਤੇ ਉਹਨਾਂ ਦੀ ਅਵਸਥਾ ਸਮਾਧੀ ਦੀ ਅਵਸਥਾ ਹੁੰਦੀ ਸੀ, ਅਤੇ ਉਹ ਇਹ ਸਾਰਾ ਕੁਝ ਸਮਾਧੀ ਅਵਸਥਾ ਤੇ ਕਰਦੇ ਸਨ। ਹੀਲਿੰਗ ਕਰਦੇ ਵਕਤ ਉਹ ਸਮਾਧੀ ਅਵਸਥਾ ਤੇ ਡਾਇਰੈਕਟ ਨਿਰਾਕਾਰ ਪਾਵਰ ਹਾਊਸ ਨਾਲ ਕਨੈਕਟ ਹੁੰਦੇ ਸਨ। ਅਨੰਤ: ਓਕੇ ਬਾਪੂ ਜੀ, ਮੈਂ ਆਪ ਜੀ ਨੂੰ ਫਿਰ ਇੱਥੇ ਵਿਚਕਾਰ ਤੇ ਹੀ ਡਿਸਟਰਬ ਕਰਾਂਗਾ। ਮੈਂ ਫਿਰ ਇੱਕ ਗੱਲ ਕਵਾਂਗਾ ਕਿ ਜਿਸ ਤਰ੍ਹਾਂ ਕਿਤੇ ਸ਼ਿਵ ਯੋਗ ਸਿਖਾਇਆ ਜਾਂਦਾ ਹੈ ਤੇ ਉੱਥੇ ਸ਼ਿਵ ਤੋਂ ਪਾਵਰ ਲਈ ਜਾਂਦੀ ਹੈ, ਪਰ ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਸ਼ਿਵ ਤੇ ਇੱਕ ਬ੍ਰਹਮੰਡ ਦਾ ਮਾਲਿਕ ਹੈ ਅਤੇ ਉਸ ਦੇ ਕੋਲ ਲਿਮਿਟਿਡ ਬਜਟ ਜਾਂ ਸੀਮਿਤ ਮਾਤਰਾ ਤੇ ਪਾਵਰ ਹੈ, ਉਹ ਵੀ ਇਸ ਬ੍ਰਹਮੰਡ ਨੂੰ ਚਲਾਉਣ ਦੇ ਲਈ। ਪਰ ਅਸਲੀਅਤ ਤੇ ਜੋ ਪਾਵਰ ਅਸੀਂ ਕਿਸੇ ਤੋਂ ਲੈਂਦੇ ਹਾਂ, ਜਿਸ ਤਰ੍ਹਾਂ ਕਿ ਆਪ ਜੀ ਨੇ ਆਪਣੀ ਕਈ ਵੀਡੀਓਜ਼ ਤੇ ਇਹ ਦੱਸਿਆ ਵੀ ਹੈ ਕਿ ਜਿਸ ਤਰ੍ਹਾਂ ਕਿ ਆਪ ਜੀ ਦਾ ਮੈਡੀਟੇਸ਼ਨ ਦਾ ਵੀਡੀਓ ਹੈ ਅਤੇ ਉਸ ਦੇ ਅੰਦਰ ਆਪ ਜੀ ਨੇ ਐਸਟਰਲ ਟਰੈਵਲਿੰਗ ਦੇ ਬਾਰੇ ਤੇ ਦੱਸਿਆ ਹੈ, ਇਨਵਿਜ਼ੀਬਲ ਸਾਇੰਸ ਦੇ ਬਾਰੇ ਤੇ ਦੱਸਿਆ ਹੈ, ਬਹੁਤ ਸਾਰੀਆਂ ਗੱਲਾਂ ਆਪ ਜੀ ਨੇ ਆਪਣੇ ਵੱਖਰੇ ਵੱਖਰੇ ਵੀਡੀਓਜ਼ ਤੇ ਦੱਸੀਆਂ ਹਨ। ਪਰ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਕਿਸੇ ਤੋਂ ਹੀਲਿੰਗ ਲੈ ਰਹੇ ਹਾਂ
ਤੇ ਰਿਐਲਿਟੀ ਤੇ ਅਸੀਂ ਉਸ ਦੇ ਨਾਲ ਕਰਮ ਬੰਧਨ ਤੇ ਜੋੜਦੇ ਜਾ ਰਹੇ ਹਾਂ। ਜਿਸ ਤਰ੍ਹਾਂ ਅਸੀਂ ਕਿਸੇ ਤੋਂ ਜੇਕਰ 1 ਰੁਪਈਆ ਵੀ ਲੈਂਦੇ ਹਾਂ ਤੇ ਅਸੀਂ ਉਸ ਦੇ ਨਾਲ ਕਰਮ ਬੰਨਣ ਜਾਂ ਕਰਮਾਂ ਦੇ ਹਿਸਾਬ ਕਿਤਾਬ ਤੇ ਜੁੜਦੇ ਜਾ ਰਹੇ ਹਾਂ। ਜੇਕਰ ਅਸੀਂ ਕਿਸੇ ਤੋਂ ਚੰਗੀਆਂ ਭਾਵਨਾਵਾਂ ਜਾਂ ਆਸ਼ੀਰਵਾਦ ਵੀ ਲੈ ਰਹੇ ਹਾਂ ਜਾਂ ਕਿਸੇ ਤੋਂ ਹੀਲਿੰਗ ਲੈਂਦੇ ਹਾਂ ਤੇ ਫਿਰ ਉਸ ਤੇ ਹੋਰ ਵੀ ਜੁੜਦੇ ਜਾਂਦੇ ਹਾਂ। ਤੇ ਅਲਟੀਮੇਟਲੀ ਜੋ ਪਾਵਰ ਦਾ ਸੋਰਸ ਯਾਨੀ ਸਰੋਤ ਹੈ, ਜਿਸ ਤਰ੍ਹਾਂ ਕਿ ਐਂਜਲ ਦੀ ਵੀ ਇੱਕ ਲਿਮਿਟਿਡ ਪਾਵਰ ਹੈ। ਜਿਸ ਤਰ੍ਹਾਂ ਕਿ ਬਾਪੂ ਜੀ ਆਪ ਜੀ ਨੇ ਦੱਸਿਆ ਕਿ ਐਂਜਲ ਵੀ ਸੂਰਜ ਤੋਂ ਉੱਪਰ ਨਹੀਂ ਜਾ ਸਕਦੇ, ਉਹ ਸੂਰਜ ਦੀ ਗ੍ਰੈਵਿਟੀ ਨੂੰ ਕ੍ਰਾਸ ਨਹੀਂ ਕਰ ਸਕਦੇ। ਤੇ ਇਸ ਤਰ੍ਹਾਂ ਫਰਿਸ਼ਤਿਆਂ ਦਾ ਵੀ ਇੱਕ ਲੈਵਲ ਹੈ। ਜਿਸ ਤਰ੍ਹਾਂ ਕਿ ਆਪ ਜੀ ਨੇ ਪਹਿਲਾਂ ਵੀ ਦੱਸਿਆ ਹੈ ਕਿ ਜਨ ਲੋਕ, ਤਪ ਲੋਕ, ਮਹਲੋਕ ਤੇ ਰਿਸ਼ੀ ਮੁਨੀ ਸਨ, ਉਹ ਉੱਥੋਂ ਤੱਕ ਹੀ ਵਾਈਂਡ ਅਪ ਸਨ ਜਾਂ ਜਾ ਸਕਦੇ ਸਨ, ਉਸ ਤੋਂ ਉੱਪਰ ਨਹੀਂ ਜਾ ਸਕਦੇ ਸਨ। ਤੇ ਇਸ ਤਰ੍ਹਾਂ ਹੀ ਇਹ ਜੋ ਐਂਜਲਸ ਹਨ ਉਹਨਾਂ ਦਾ ਵੀ ਇੱਕ ਲੈਵਲ ਫਿਕਸ ਹੈ ਅਤੇ ਜੋ ਪਾਵਰ ਉਹ ਲਿਆਂਦੇ ਹਨ ਉਹ ਵੀ ਇੱਕ ਫਿਕਸ ਹੈ। ਤੇ ਹੁਣ ਜੋ ਰਿਐਲਿਟੀ ਤੇ ਪਾਵਰ ਚਾਹੁੰਦਾ ਹੈ ਉਹ ਕੀ ਕਰੇ ਬਾਪੂ ਜੀ? ਜਿਸ ਤਰ੍ਹਾਂ ਕਿ ਮੈਂ ਆਪਣੀ ਇੱਕ ਵੀਡੀਓ ਤੇ ਯੋਗ ਦੇ ਬਾਰੇ ਤੇ ਦੱਸਿਆ ਹੈ ਕਿ ਆਤਮਾਵਾਂ ਨੂੰ ਯੋਗ ਮਤਲਬ ਕਨੈਕਸ਼ਨ ਕਿਸ ਤੋਂ ਕਰਨਾ ਚਾਹੀਦਾ ਜਿਸ ਨੂੰ ਉਹਨਾਂ ਨੂੰ ਪਾਵਰ ਮਿਲ ਸਕਦੀ ਹੈ। ਤੇ ਤੁਸੀਂ ਉਸ ਪਾਵਰ ਹਾਊਸ ਨੂੰ ਲੱਭੋ ਨਾ। ਪਾਵਰ ਹਾਊਸ ਕੌਣ ਹੈ? ਬੇਹੱਦ ਦੇ ਸੰਸਾਰ ਨੂੰ ਚਲਾਉਣ ਵਾਲਾ ਹੈ। ਬੇਹੱਦ ਦੇ ਸੰਸਾਰ ਦਾ ਸਿਰਜਣਹਾਰ ਮਤਲਬ ਅਲਟੀਮੇਟ ਆਲਮਾਈਟੀ ਅਥਾਰਟੀ, ਅਲਟੀਮੇਟ ਹੀਲਰ, ਸਾਰੇ ਸੰਸਾਰ ਨੂੰ ਹੀਲਿੰਗ ਦੇਣ ਵਾਲਾ, ਸਾਰੇ ਸੰਸਾਰ ਨੂੰ ਚਲਾਉਣ ਵਾਲਾ, ਪਾਵਰ ਦੇਣ ਵਾਲਾ, ਖਰਬਾਂ ਮਲਟੀਵਰਸ ਚਲਾਉਣ ਵਾਲਾ। ਅਨੰਤ ਵਿਜ਼ੀਬਲ ਜਾਂ ਇਨਵਿਜ਼ੀਬਲ ਯਾਨੀ ਦਿਸਣ ਵਾਲਾ ਜਾਂ ਨਹੀਂ ਦਿਸਣ ਵਾਲਾ। ਬਾਪੂ ਜੀ ਇਹ ਵਿਜ਼ੀਬਲ ਦੁਨੀਆ ਤੇ ਕੁਝ ਵੀ ਨਹੀਂ ਹੈ, ਇਨਵਿਜ਼ੀਬਲ ਦੁਨੀਆ ਬਹੁਤ ਵੱਡੀ ਹੈ। ਅਨੰਤ ਮਤਲਬ ਇਹੋ ਜਿਹੇ ਲੱਖਾਂ ਕਰੋੜਾਂ ਐਂਜਲਾਂ ਨੂੰ ਚਲਾਉਣ ਵਾਲਾ। ਬਾਪੂ ਜੀ ਇਸ ਲਈ ਤੇ ਗੀਤਾ ਤੇ ਵੀ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਤੂੰ ਮੈਨੂੰ ਦੇਹ ਅਤੇ ਦੇਹ ਦੇ ਸਾਰੇ ਸੰਬੰਧ ਭੁੱਲ ਕੇ ਆਤਮ ਸਰੂਪ ਬਣ ਕੇ ਮੈਨੂੰ ਪਰਮਾਤਮਾ ਨੂੰ ਯਾਦ ਕਰ ਤੇ ਮੈਂ ਤੇਰੇ ਸਾਰੇ ਪਾਪਾਂ ਦਾ ਨਾਸ ਕਰ ਦੇਵਾਂਗਾ। ਤੇ ਤੁਸੀਂ ਉਸ ਪਰਮਾਤਮਾ ਨੂੰ ਕਿਉਂ ਨਹੀਂ ਲੱਭਦੇ? ਇਹਨਾਂ ਸਾਧਾਰਨ ਮਾਮੂਲੀ ਇਨਸਾਨਾਂ ਦੀ ਹੀ ਤਰ੍ਹਾਂ ਹੀਲਰਾਂ ਕੋਲ ਚਲੇ ਜਾਂਦੇ ਹੋ। ਆਲਮਾਈਟੀ ਅਥਾਰਟੀ ਨੂੰ, ਉਸ ਨਿਰਾਕਾਰ ਨੂੰ ਫੜੋ ਨਾ। ਮੇਰੀ ਇੱਕ ਵੀਡੀਓ ਤੇ ਮੈਂ ਦੱਸਿਆ ਹੈ ਕਿ ਆਲਮਾਈਟੀ ਅਥਾਰਟੀ ਨਿਰਾਕਾਰ ਹੈ। ਉਸ ਪਾਵਰ ਹਾਊਸ ਤੋਂ ਪਾਵਰ ਲਓ। ਅਨੰਤ ਪਰ ਬਾਪੂ ਜੀ ਅੱਜ ਦਾ ਇਨਸਾਨ ਫਾਸਟ ਰਿਜ਼ਲਟ ਚਾਹੁੰਦਾ ਹੈ। ਜਿਸ ਤਰ੍ਹਾਂ ਕਿ ਹੁਣੇ ਦਵਾਈ ਖਾਧੀ ਤੇ 4 ਘੰਟੇ ਤੇ ਠੀਕ ਹੋ ਗਏ। ਬਾਪੂ ਜੀ ਇਸ ਤਰ੍ਹਾਂ ਕਰਨ ਨਾਲ ਕੀ ਮਿਲੇਗਾ? ਹੀਲਰ ਦੇ ਕੋਲ ਕੂੜਾ ਹੈ ਅਤੇ ਉਹ ਨੈਗੇਟਿਵ ਸੋਚ ਜਾਂ ਵਿਕਾਰ ਕਰ ਰਿਹਾ ਹੈ ਅਤੇ ਨੈਗੇਟਿਵ ਸੋਚਦੇ ਤੁਹਾਡੀ ਬਾਡੀ ਨੂੰ ਟੱਚ ਕਰ ਰਿਹਾ ਹੈ ਤੇ ਤੁਹਾਡੇ ਕੋਲ ਕਚਰਾ ਹੀ ਆਏਗਾ ਨਾ, ਹੋਰ ਕੀ ਆਏਗਾ? ਅਲਟੀਮੇਟਲੀ ਉਸ ਦੇ ਕੋਲ ਜੋ ਹੋਏਗਾ ਉਹੀ ਆਏਗਾ ਨਾ ਤੁਹਾਡੇ ਕੋਲ। ਉਸ ਦੇ ਕਾਰਨ ਸਰੀਰ ਤੇ ਕਚਰਾ ਭਰਿਆ ਹੈ। ਇੱਕ ਗੱਲ ਦੱਸਦਾ ਹਾਂ ਕਿ ਜੇਕਰ ਉਹ ਹੀਲਰ ਦੀ ਆਤਮਾ ਪਾਵਰਫੁਲ ਹੁੰਦੀ ਤੇ ਉਹ ਮਨੁੱਖ ਆਤਮਾ ਹੀ ਨਾ ਹੁੰਦੀ। ਤੁਸੀਂ ਕਰਮਾਂ ਦੀ ਥਿਉਰੀ ਦੇ ਹਿਸਾਬ ਨਾਲ ਸੋਚੋ ਕਿ ਮਨੁੱਖ ਕਿਸ ਤਰ੍ਹਾਂ ਬਣਦਾ ਹੈ। ਪਹਿਲਾਂ ਫਰਿਸ਼ਤਿਆਂ ਤੋਂ ਦੇਵਤਾ ਬਣਦਾ ਹੈ, ਫਿਰ ਦੇਵਤਾ ਤੋਂ ਮਨੁੱਖ ਬਣਦਾ ਹੈ ਨਾ। ਤੇ ਜਿਸ ਤਰ੍ਹਾਂ ਮਨੁੱਖ ਆਤਮਾ ਤੋਂ ਤੁਸੀਂ ਪਾਵਰ ਲੈ ਰਹੇ ਹੋ ਉਸ ਤੇ ਉਹ ਤੇ ਫਰਿਸ਼ਤਾ ਵੀ ਨਹੀਂ ਹੈ ਨਾ। ਅਨੰਤ ਤੇ ਕੀ ਫਰਿਸ਼ਤੇ ਤੋਂ ਹੀਲਿੰਗ ਨਹੀਂ ਪਾਵਰ ਲੈਣੀ ਚਾਹੀਦੀ? ਬਾਪੂ ਜੀ ਪਰ ਫਰਿਸ਼ਤੇ ਦੀ ਵੀ ਇੱਕ ਲਿਮਿਟ ਹੈ। ਉਸ ਲਿਮਿਟ ਤੋਂ ਬਾਅਦ ਉਹ ਵੀ ਦੇਵਤਾ ਅਤੇ ਫਿਰ ਮਨੁੱਖ ਬਣ ਜਾਂਦਾ ਹੈ। ਤੇ ਮੈਂ ਕਹਿੰਦਾ ਹਾਂ ਕਿ ਤੁਸੀਂ ਆਲਮਾਈਟੀ ਅਥਾਰਟੀ ਨੂੰ ਫੜੋ ਨਾ, ਜਿਹੜਾ ਪਾਵਰ ਹਾਊਸ ਹੈ। ਜਿਸ ਤਰ੍ਹਾਂ ਕਿ ਸ਼ਿਵ ਤੇ ਇੱਕ ਬ੍ਰਹਮੰਡ ਦਾ ਮਾਲਿਕ ਹੈ, ਮਹਾਸ਼ਿਵ ਗੈਲੈਕਸੀ ਦਾ ਮਾਲਿਕ ਹੈ, ਪਰਮ ਮਹਾਸ਼ਿਵ ਯੂਨੀਵਰਸ ਦਾ ਮਾਲਿਕ ਹੈ। ਪਰ ਆਲਮਾਈਟੀ ਅਥਾਰਟੀ ਜੋ ਕਿ ਨਿਰਾਕਾਰ ਹੈ, ਜਿਸ ਨੂੰ ਮੁਸਲਮਾਨ ਸਾਰੇ ਜਹਾਂ ਦਾ ਨੂਰ ਕਹਿੰਦੇ ਹਨ, ਸਾਰੇ ਜਹਾਂ ਦਾ ਮਤਲਬ ਬੇਹੱਦ ਦੇ ਸੰਸਾਰ ਦਾ ਮਾਲਿਕ। ਨੂਰ ਮਤਲਬ ਪ੍ਰਕਾਸ਼ ਜਾਂ ਲਾਈਟ। ਗੋਡ ਇਜ਼ ਲਾਈਟ ਯਾਨੀ ਪਰ ਬ੍ਰਹਮ ਪਰਮੇਸ਼ਰ। ਸਾਰੇ ਧਰਮਾਂ ਤੇ ਉਸ ਆਲਮਾਈਟੀ ਅਥਾਰਟੀ ਦੇ ਵੱਖਰੇ ਵੱਖਰੇ ਨਾਂ ਹਨ ਨਾ। ਇਸ ਕਰਕੇ ਉਸ ਨੂੰ ਨੂਰ ਜਾਂ ਪ੍ਰਕਾਸ਼ ਨੂੰ ਯਾਦ ਕਰੋ ਨਾ। ਬਾਕੀ ਜੇਕਰ ਤੁਸੀਂ ਫਰਿਸ਼ਤਿਆਂ ਨੂੰ ਯਾਦ ਕਰੋਗੇ ਜਾਂ ਮਨੁੱਖ ਆਤਮਾਵਾਂ ਨੂੰ ਯਾਦ ਕਰੋਗੇ ਤੇ ਉਹਨਾਂ ਤੋਂ ਕੋਈ ਪਾਵਰ ਨਹੀਂ ਮਿਲੇਗੀ।
ਕਾਮਨ ਸੈਂਸ ਦੀ ਗੱਲ ਹੈ ਕਿ ਜੋ ਕਰਮਾਂ ਦੀ ਥਿਉਰੀ ਨੂੰ ਜਾਣਦੇ ਹਨ, ਉਹ ਜਾਣਦੇ ਹਨ ਕਿ ਮਨੁੱਖ ਆਤਮਾ ਕਦੋਂ ਮਨੁੱਖ ਬਣਦੀ ਹੈ। ਜਦੋਂ ਉਹ ਪਹਿਲਾਂ ਫਰਿਸ਼ਤੇ ਤੋਂ ਦੇਵਤਾ, ਫਿਰ ਦੇਵਤਾ ਤੋਂ ਮਨੁੱਖ ਬਣਦੀ ਹੈ ਅਤੇ ਮਨੁੱਖ ਬਣਨ ਕਰਕੇ ਇਸ ਤਰ੍ਹਾਂ ਦੇ 2 ਪੈਸੇ ਕਮਾਉਣ ਵਾਲੇ ਧੰਦੇ ਕਰਨ ਦੀ ਸੋਚਦੀ ਹੈ, ਕਿਉਂਕਿ ਉਹ ਬਹੁਤ ਕਨਿਸ਼ਟ ਜਾਂ ਹਲਕੀ ਕਿਸਮ ਦੀ ਆਤਮਾ ਹੁੰਦੀ ਹੈ। ਜੇਕਰ ਪਾਵਰਫੁਲ ਆਤਮਾ ਹੁੰਦੀ ਤੇ ਉਹ ਰਿਸ਼ੀ ਮੁਨੀ ਬਣ ਕੇ ਸਮਾਧੀ ਅਵਸਥਾ ਤੇ ਨਾ ਚਲੀ ਜਾਵੇ। ਉਸ ਨੂੰ ਲੋਕਾਂ ਨੂੰ ਠੱਗਣ ਦੀ ਕੀ ਲੋੜ ਹੈ? ਆਤਮਾ ਜਦੋਂ ਮੋਹ ਮਾਇਆ ਤੇ ਫਸ ਜਾਂਦੀ ਹੈ ਤੇ ਫਿਰ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਅੱਜ ਪੈਸੇ ਲੈ ਕੇ ਜੋ ਹੀਲਿੰਗ ਕਰਦੇ ਹਨ, ਉਹ ਮੋਹ ਮਾਇਆ ਤੇ ਹੀ ਫਸੇ ਹਨ। ਪੈਸਾ ਮਤਲਬ ਮਾਇਆ। ਇਹ ਸਭ ਉਹ ਲਾਲਚ ਦੇ ਪਿੱਛੇ ਕਰ ਰਹੇ ਹਨ ਕਿ ਫ੍ਰੀ ਤੇ ਠੀਕ ਕਰ ਰਹੇ ਹਨ ਕਿਸੇ ਨੂੰ, ਅਤੇ ਉਹਨਾਂ ਦੀ ਰਿਸ਼ੀ ਮੁਨੀ ਵਰਗੀ ਸਟੇਜ ਵੀ ਨਹੀਂ ਹੈ ਅਤੇ ਡਾਇਰੈਕਟ ਪਾਵਰ ਹਾਊਸ ਤੋਂ ਕਨੈਕਸ਼ਨ ਵੀ ਨਹੀਂ ਹੈ। ਫਿਰ ਉਸ ਦੀ ਮਨ ਦੀ ਅਵਸਥਾ ਵੀ ਠੀਕ ਨਹੀਂ ਹੈ। ਤੇ ਇਸ ਤਰ੍ਹਾਂ ਦੀ ਆਤਮਾਵਾਂ ਤੋਂ ਕੀ ਮਿਲੇਗਾ? ਤੁਸੀਂ ਡਾਇਰੈਕਟ ਪਾਵਰ ਹਾਊਸ ਤੋਂ ਕਨੈਕਸ਼ਨ ਕਰੋ ਅਤੇ ਸਾਰੇ ਸੰਸਾਰ ਨੂੰ ਹੀਲਿੰਗ ਕਰਨ ਵਾਲੇ ਨੂੰ ਫੜੋ। ਤੁਹਾਡੀ ਆਤਮਾ ਤੇ ਇੰਨੀ ਪਾਵਰ ਜਾਏਗੀ ਕਿ ਤੁਹਾਡੀ ਬੈਟਰੀ ਚਾਰਜ ਹੋ ਜਾਏਗੀ। ਤੁਹਾਡੀ ਆਤਮਾ ਦੇ ਸਾਰੇ ਬੁਰੇ ਕਰਮ ਖਤਮ ਹੋ ਜਾਣਗੇ ਅਤੇ ਤੁਹਾਡਾ ਕਾਰਨ ਸਰੀਰ ਚਾਰਜ ਹੋ ਜਾਏਗਾ। ਤੇ ਜਦੋਂ ਤੁਸੀਂ ਹੌਲੀ-ਹੌਲੀ ਇਹ ਸਰੀਰ ਛੱਡੋਗੇ ਤੇ ਤੁਸੀਂ ਉੱਚੇ ਤੋਂ ਉੱਚੇ ਪਰਮ ਧਾਮ ਤੇ ਪਹੁੰਚੋਗੇ। ਨਹੀਂ ਤੇ ਕਰਮ ਬੰਨਣ ਤੇ ਆਓਗੇ ਉਸ ਤੋਂ ਜਿਸ ਨੂੰ ਤੁਸੀਂ ਯਾਦ ਕਰਦੇ ਹੋ। ਅਨੰਤ ਬਾਪੂ ਜੀ, ਅੱਜ ਦੀ ਦੁਨੀਆ ਤੇ ਲੋਕਾਂ ਦੀ ਮੈਂਟੈਲਿਟੀ ਇਹ ਹੈ ਕਿ ਜਿਸ ਤਰ੍ਹਾਂ ਕਿ ਡਾਕਟਰ ਦੇ ਕੋਲ ਗਏ, ਗੋਲੀ ਜਾਂ ਦਵਾਈ ਖਾਧੀ ਅਤੇ ਠੀਕ ਹੋ ਗਏ। 4 ਦਿਨ ਦਾ ਦਵਾਈ ਦਾ ਕੋਰਸ ਕੀਤਾ ਜਾਂ 5 ਦਿਨ ਦਾ ਕੋਰਸ ਕੀਤਾ। ਐਸੀ ਤਰ੍ਹਾਂ ਉਹ ਲੋਕ ਹੀਲਰ ਦੇ ਕੋਲ ਜਾ ਕੇ ਕੁਝ ਦਿਨਾਂ ਦਾ ਕੋਰਸ ਕਰਦੇ ਹਨ। ਉਸ ਤੋਂ ਬਾਅਦ ਸ਼ਾਇਦ ਰਿਐਲਿਟੀ ਤੇ ਉਹ ਠੀਕ ਵੀ ਹੋ ਜਾਂਦੇ ਹੋਣ ਜਾਂ ਆਪੇ ਹੀ ਨੈਚੁਰਲ ਤਰੀਕੇ ਨਾਲ ਵੀ ਠੀਕ ਹੋ ਸਕਦੇ ਹਨ ਜਾਂ ਆਪਣੀ ਆਤਮਾ ਦੀ ਅਵਸਥਾ ਦੇ ਕਰਕੇ ਵੀ ਠੀਕ ਹੋ ਸਕਦੇ ਹਨ। ਬਾਪੂ ਜੀ, ਸਿਰਫ ਮੈਂ ਇਸ ਹੀਲਿੰਗ ਦੀ ਹੀ ਗੱਲ ਨਹੀਂ ਕਰਦਾ, ਇੱਕ ਜਨਰਲ ਆਮ ਗੱਲ ਦੱਸਦਾ ਹਾਂ ਕਿ ਅੱਜ ਕੱਲ ਜੋ ਮਾਇਆ ਹੈ ਉਹ ਇੰਨੀ ਮਹਾਮਾਇਆ ਬਣ ਗਈ ਹੈ। ਇਸ ਮਹਾਮਾਇਆ ਤੇ ਫਸੀਆਂ ਹੋਈਆਂ ਜਾਂ ਮਨੁੱਖ ਆਤਮਾਵਾਂ ਸ਼ਾਰਟ ਜਾਂ ਫਟਾਫਟ ਰਿਵਾਰਡ ਚਾਹੁੰਦੀਆਂ ਹਨ। ਉਹ ਕੀ ਚਾਹੁੰਦੀਆਂ ਹਨ? ਉਹ ਚਾਹੁੰਦੀਆਂ ਹਨ ਪੈਸਾ ਵੀ ਮਿਲ ਜਾਵੇ, ਸਰੀਰ ਵੀ ਠੀਕ ਹੋ ਜਾਵੇ, ਗੋਲੀ ਖਾਓ, ਇੰਜੈਕਸ਼ਨ ਲਵੋ ਅਤੇ ਠੀਕ ਹੋ ਜਾਓ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਅੱਜ ਕੱਲ ਕੀ ਕਰਦੇ ਹਨ? ਐਸਟਰੋਲੋਜੀ ਜਾਂ ਜੋਤਿਸ਼ੀ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮੇਰੇ ਗ੍ਰਹਾਂ ਦੀ ਸ਼ਾਂਤੀ ਕਰਾਓ, ਮੇਰਾ ਇਹ ਕਰਾਓ, ਮੇਰਾ ਉਹ ਕਰਾਓ। ਪਰ ਗ੍ਰਹਾਂ ਦੇ ਕੋਲ ਵੀ ਇੰਨੀ ਪਾਵਰ ਨਹੀਂ ਹੈ। ਗ੍ਰਹਾਂ ਨੂੰ ਤੇ ਰਾਵਣ ਨੇ ਆਪਣੇ ਪੈਰਾਂ ਦੇ ਥੱਲੇ ਕੁਚਲ ਦਿੱਤਾ ਸੀ। ਉਸਨੇ ਸਾਰੇ ਗ੍ਰਹਾਂ ਨੂੰ ਆਪਣੇ ਕੰਟਰੋਲ ਤੇ ਕਰ ਲਿਆ ਸੀ। ਰਾਵਣ ਗ੍ਰਹਾਂ ਨੂੰ ਆਪਣੇ ਮੰਜੇ ਦੇ ਨਾਲ ਬੰਨ੍ਹ ਕੇ ਰੱਖਦਾ ਸੀ। ਉਹ ਤੇ ਹਨੂਮਾਨ ਜੀ ਨੇ ਆ ਕੇ ਉਹਨਾਂ ਨੂੰ ਛੁਡਾਇਆ ਸੀ। ਤੇ ਗ੍ਰਹਿ ਵੀ ਕਰਨਗੇ ਕੀ ਤੁਹਾਡਾ? ਅਤੇ ਫਿਰ ਭਾਵੇਂ ਦੇਵਤੇ ਕਹੋ ਜਾਂ ਫਰਿਸ਼ਤੇ ਕਹੋ, ਉਹ ਵੀ ਮਨੁੱਖ ਬਣ ਗਏ ਹਨ। ਬਾਪੂ ਜੀ ਕਹਿੰਦੇ ਹਨ ਕਿ ਮੈਂ ਆਪਣੀ ਕਈ ਵੀਡੀਓਜ਼ 'ਚ ਦੱਸਿਆ ਹੈ ਕਿ ਵਾਯੂ ਦੇਵਤਾ, ਅਗਨ ਦੇਵਤਾ, ਜਲ ਦੇਵਤਾ ਸਾਰੇ ਹੀ ਹੁਣ ਮਨੁੱਖ ਬਣ ਗਏ ਹਨ। ਅੱਜ ਜਿਸ ਤਰ੍ਹਾਂ ਕਿ ਤੁਸੀਂ ਹਵਨ ਯੱਗ ਵੀ ਕਰ ਰਹੇ ਹੋ, ਫਿਰ ਵੀ ਬਾਰਿਸ਼ ਕਿਉਂ ਨਹੀਂ ਹੋ ਰਹੀ? ਨੈਚੁਰਲ ਕਲੈਮਿਟੀ ਜਾਂ ਕੁਦਰਤੀ ਵਿਪਦਾਵਾਂ ਕਿਉਂ ਆਉਂਦੀਆਂ ਹਨ? ਇਹ ਧਰਤੀ ਤਮੋ ਪ੍ਰਧਾਨ ਜਾਂ ਕੁਦਰਤੀ ਨੁਕਸਾਨ ਕਰਨ ਵਾਲੀ ਕਿਉਂ ਬਣ ਗਈ ਹੈ? ਇਸ ਗੱਲ ਨੂੰ ਪੂਰਨ ਤੌਰ ਤੇ ਸੋਚੋ ਅਤੇ ਵਿਚਾਰੋ। ਅਨੰਤ ਤੇ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਕਹਿੰਦੇ ਹੋ ਕਿ ਇਹੋ ਜਿਹੇ ਲੋਕਾਂ ਦੇ ਕਿਸੇ ਦੇ ਪਰਛਾਵੇਂ ਤੇ ਜੇਕਰ ਤੁਸੀਂ ਜਾਓਗੇ ਤੇ ਤੁਹਾਨੂੰ ਵੀ ਉਹਨਾਂ ਦੇ ਸੰਗ ਦਾ ਰੰਗ ਯਾਨੀ ਸਾਥ ਦਾ ਅਸਰ ਹੋਏਗਾ। ਬਾਪੂ ਜੀ, ਜੋ ਤਮੋ ਪ੍ਰਧਾਨ ਜਾਂ ਮਾੜੇ ਵਿਚਾਰਾਂ ਵਾਲੀ ਆਤਮਾ ਹੁੰਦੀ ਹੈ ਤੇ ਉਸ ਦਾ ਪਰਛਾਵਾਂ ਮਤਲਬ ਔਰਾ ਤੇ ਹੁੰਦਾ ਹੈ ਨਾ। ਤੇ ਤਮੋ ਪ੍ਰਧਾਨ ਆਤਮਾਵਾਂ ਦਾ ਔਰਾ ਕਿਸ ਤਰ੍ਹਾਂ ਦਾ ਹੁੰਦਾ ਹੈ? ਤਮੋ ਪ੍ਰਧਾਨ ਆਤਮਾਵਾਂ ਦਾ ਔਰਾ ਮਤਲਬ ਪਰਛਾਵਾਂ ਤਮੋ ਪ੍ਰਧਾਨ ਯਾਨੀ ਨੈਗੇਟਿਵਿਟੀ ਵਾਲਾ ਹੁੰਦਾ ਹੈ। ਗੁੱਸਾ ਕਰਨ ਵਾਲਿਆਂ ਦਾ ਔਰਾ ਲਾਲ ਜਾਂ ਰੈੱਡ ਹੁੰਦਾ ਹੈ। ਕ੍ਰੀਏਟਿਵ ਜਾਂ ਰਚਨਾਤਮਕ ਜਾਂ ਦਾ ਹਰਾ ਹੁੰਦਾ ਹੈ। ਨੀਲੇ ਵਾਲੇ ਪੋਜ਼ਿਟਿਵ ਜਾਂ ਚੰਗੀ ਸੋਚ ਵਾਲੇ ਹੁੰਦੇ ਹਨ। ਤੇ ਹਰ ਇੱਕ ਮਨੁੱਖ ਦੇ ਮਨ ਦੀ ਅਵਸਥਾ ਦੇ ਕਾਰਨ ਔਰਾ ਬਦਲਦਾ ਰਹਿੰਦਾ ਹੈ। ਇਸ ਕਰਕੇ ਕਿਸੇ ਦਾ ਔਰਾ ਜਾਂ ਪਰਛਾਵਾਂ ਨਹੀਂ ਲੈਣਾ ਚਾਹੀਦਾ। ਸ਼ਾਸਤਰਾਂ ਤੇ ਵੀ ਕਿਹਾ ਹੈ ਕਿ ਤੁਸੀਂ ਕੁੱਤੇ ਨੂੰ ਘਰ ਦੇ ਬਾਹਰ ਰੱਖੋ, ਕਿਉਂਕਿ ਕੁੱਤੇ ਦਾ ਔਰਾ ਖਰਾਬ ਹੈ। ਉਸ ਦਾ ਪਰਛਾਵਾਂ ਵੀ ਨਹੀਂ ਲੈਣਾ ਚਾਹੀਦਾ।
ਪਰ ਅੱਜਕੱਲ ਕੀ ਹੋ ਗਿਆ ਹੈ ਕਿ ਅੱਜਕੱਲ ਮਨੁੱਖ ਦੀ ਮੱਤ ਜਾਂ ਬੁੱਧ ਜਾਨਵਰ ਵਰਗੀ ਹੋ ਗਈ ਹੈ, ਪੱਥਰ ਦੀ ਤਰ੍ਹਾਂ ਹੋ ਗਈ ਹੈ। ਕੁੱਤੇ ਨੂੰ ਆਪਣੇ ਘਰ ਤੇ ਰੱਖਦੇ ਹਨ, ਆਪਣੇ ਕੋਲ ਸਵਾਉਂਦੇ ਹਨ। ਆਨੰਦ ਬਾਪੂ ਜੀ, ਵਿਦੇਸ਼ਾਂ 'ਚ ਤੇ ਕੁੱਤੇ ਬਿੱਲੀ ਨੂੰ ਪਾਲਣ ਜਾਂ ਘਰ 'ਚ ਰੱਖਣ ਦਾ ਰਿਵਾਜ ਹੈ। ਬਾਪੂ ਜੀ, ਇੱਕ ਗੱਲ ਦੱਸੋ ਕਿ ਹੁਣ ਵਿਦੇਸ਼ਾਂ ਵਾਲਿਆਂ ਦੀ ਕੀ ਹਾਲਤ ਹੋ ਗਈ ਹੈ? ਜਾਨਵਰਾਂ ਦੀ ਤਰ੍ਹਾਂ ਹੈ ਨਾ, ਉਹ ਮਨੁੱਖ ਨੂੰ ਪਿਆਰ ਨਹੀਂ ਕਰਦੇ, ਕੁੱਤੇ ਬਿੱਲੀ ਨੂੰ ਪਿਆਰ ਕਰਦੇ ਹਨ। ਤੇ ਉਹਨਾਂ ਦੀ ਆਤਮਾ ਦੀ ਕੀ ਅਵਸਥਾ ਬਣ ਗਈ ਹੈ? ਆਨੰਦ ਤੇ ਇਸ ਕਰਕੇ ਉਹਨਾਂ ਦਾ ਕਰਮਾਂ ਦਾ ਰਿਲੇਸ਼ਨ ਜਾਂ ਰਿਸ਼ਤਾ ਤੇ ਬਣਿਆ ਨਾ ਕੁੱਤੇ ਬਿੱਲੀ ਨਾਲ। ਬਾਪੂ ਜੀ, ਤੇ ਕੀ ਕੁੱਤੇ ਬਿੱਲੀ ਦੀ ਆਤਮਾ ਨਹੀਂ ਹੈ? ਹੁਣੇ ਮੈਂ ਟੀਵੀ ਤੇ ਵੇਖਿਆ ਸੀ ਕਿ ਏਸ਼ੀਅੰਟ ਏਲੀਅਨ ਵਾਲਿਆਂ ਨੇ ਦੱਸਿਆ ਕਿ ਜੰਗਲਾਂ ਤੇ ਛੋਟੇ ਛੋਟੇ ਜੋ ਕੀੜੇ ਮਕੌੜੇ ਹਨ, ਉਹ ਸਾਡੇ ਵੱਡ ਵਡੇਰੇ ਜਾਂ ਪੂਰਵਜ ਹਨ। ਤੇ ਮਨੁੱਖ ਆਤਮਾਵਾਂ ਦੇ ਵੱਡੇ ਕੀੜੇ ਮਕੌੜੇ ਕਿਉਂ ਬਣ ਗਏ? ਉਹ ਤੇ ਫਰਿਸ਼ਤੇ ਸਨ। ਮਨੁੱਖ ਆਤਮਾ ਤੇ ਫਰਿਸ਼ਤਿਆਂ ਦਾ ਅਵਤਾਰ ਹੈ। ਜਦੋਂ ਪੂਰਾ ਬ੍ਰਹਮੰਡ ਬਣਾਇਆ ਗਿਆ, ਉਦੋਂ ਪਹਿਲਾਂ ਪਰਮਾਤਮਾ ਨੇ ਫਰਿਸ਼ਤੇ ਬਣਾਏ ਸਨ। ਆਨੰਦ ਤੇ ਏਸ਼ੀਅੰਟ ਏਲੀਅਨ ਵਾਲਿਆਂ ਦੀ ਹਰ ਗੱਲ ਸੱਚ ਵੀ ਤੇ ਨਹੀਂ ਹੈ। ਬਾਪੂ ਜੀ, ਇਹਨਾਂ ਚੀਜ਼ਾਂ ਦੀ ਰਿਸਰਚ ਕਰਨ ਵਾਲਿਆਂ ਨੂੰ ਕੋਈ ਇਨਸਪੀਰੇਸ਼ਨ ਜਾਂ ਪ੍ਰੇਰਨਾ ਦੇ ਕੇ ਕਵਾ ਰਿਹਾ ਹੈ ਨਾ, ਜਿਸ ਤਰ੍ਹਾਂ ਕਿ ਸਾਇੰਸ ਵਾਲੇ ਰਿਸਰਚ ਕਰ ਰਹੇ ਹਨ ਤੇ ਕੋਈ ਇਨਸਪੀਰੇਸ਼ਨ ਦੇ ਰਿਹਾ ਹੈ ਨਾ। ਅਸੀਂ ਹਰ ਗੱਲ ਨੂੰ ਝੂਠ ਵੀ ਤੇ ਨਹੀਂ ਕਹਿ ਸਕਦੇ ਨਾ ਕਿਸੇ ਨੂੰ। ਆਨੰਦ ਬਾਪੂ ਜੀ, ਪਰ ਹਰ ਇੱਕ ਗੱਲ ਦੀ ਇੱਕ ਲਿਮਿਟ ਵੀ ਹੁੰਦੀ ਹੈ ਨਾ। ਬਾਪੂ ਜੀ, ਕਿਉਂ ਸਾਡੇ ਸ਼ਾਸਤਰਾਂ ਤੇ ਵੀ ਇਸ ਗੱਲ ਨੂੰ ਨਹੀਂ ਦੱਸਿਆ ਗਿਆ ਹੈ? ਗਰੂੜ ਪੁਰਾਣ ਤੇ ਪੜ੍ਹੋ, ਉਸ ਤੇ ਲਿਖਿਆ ਹੈ ਕਿ 33 ਕੋਟੀ ਦੇਵੀ ਦੇਵਤਾਵਾਂ ਦਾ ਰਾਜਾ ਇੰਦਰ ਵੀ ਨਰਕ ਦਾ ਕੀੜਾ ਬਣ ਗਿਆ ਸੀ। ਕੀ ਇਹ ਗੱਲ ਝੂਠ ਹੈ? ਸ਼ਾਸਤਰਾਂ ਤੇ ਕੀ ਝੂਠ ਲਿਖਿਆ ਹੈ? ਆਨੰਦ ਠੀਕ ਹੈ ਬਾਪੂ ਜੀ, ਮੈਂ ਆਪ ਜੀ ਦੀ ਗੱਲ ਮੰਨਦਾ ਹਾਂ। ਬਾਪੂ ਜੀ, ਬਸ ਕਰੋੜਾਂ ਸਾਲਾਂ ਦੇ ਅੰਤ ਤੇ ਮਨੁੱਖ ਆਤਮਾ ਇੱਕ ਸੈੱਲ ਜਾਂ 2 ਸੈੱਲ ਦੀ ਬਣ ਜਾਂਦੀ ਹੈ। ਆਤਮਾ ਤੇ ਪਾਵਰ ਨਹੀਂ ਰਹਿੰਦੀ। ਇਸ ਲਈ ਅੱਜ ਦਾ ਮੇਨ ਸਬਜੈਕਟ ਹੀਲਿੰਗ ਹੈ। ਪਾਵਰ ਕਿਸ ਤੋਂ ਲੈਣੀ ਚਾਹੀਦੀ, ਕਿਸ ਤੋਂ ਨਹੀਂ ਲੈਣੀ ਚਾਹੀਦੀ, ਇਸ ਵਿਸ਼ਾ ਨੂੰ ਸੋਚਣਾ ਚਾਹੀਦਾ ਕਿ ਤੁਹਾਡਾ ਹੀਲਰ ਕਿਸ ਤਰ੍ਹਾਂ ਦਾ ਹੈ। ਮਾਇਆਵੀ ਜਾਂ ਮੋਹ ਮਾਇਆ ਅਤੇ ਵਿਕਾਰਾਂ ਤੇ ਫਸਿਆ ਹੋਇਆ ਤੇ ਨਹੀਂ ਹੈ। ਜੋ ਹੀਲਰ ਮਾਇਆਵੀ ਯਾਨੀ ਪੈਸਿਆਂ ਦੇ ਲੋਭ ਤੇ ਕੰਮ ਕਰਦੇ ਹਨ, ਜਿਸ ਤਰ੍ਹਾਂ ਕਿ ਹੀਲਿੰਗ ਦੀ ਫੀਸ ਲੈਂਦੇ ਹਨ, ਮਾਇਆ ਤੇ ਫਸੇ ਹੋਏ ਹਨ। ਹੀਲਰ ਨੂੰ ਫ੍ਰੀ ਤੇ ਹੀਲਿੰਗ ਦਾ ਕੰਮ ਕਰਨਾ ਚਾਹੀਦਾ। ਆਨੰਦ ਬਾਪੂ ਜੀ, ਮੈਂ ਫੇਸਬੁੱਕ ਤੇ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਜੋ ਵੱਖਰੀ ਵੱਖਰੀ ਜਗ੍ਹਾਵਾਂ ਤੇ ਹੀਲਿੰਗ ਦਾ ਕੰਮ ਕਰਦੇ ਹਨ ਜਾਂ ਹੀਲਿੰਗ ਦਿੰਦੇ ਹਨ, ਐਸੇ ਲੋਕ ਹਸਪੀਟਲ ਤੇ ਹੀਲਿੰਗ ਦੇਣ ਲਈ ਕਿਉਂ ਨਹੀਂ ਪਹੁੰਚ ਜਾਂਦੇ? ਬਾਪੂ ਜੀ, ਹਾਂ, ਜੇਕਰ ਹੀਲਰ ਕੋਲ ਪਾਵਰ ਹੈ ਤੇ ਹਸਪੀਟਲ ਤੇ ਜਾ ਕੇ ਫ੍ਰੀ ਆਫ ਕਾਸਟ ਯਾਨੀ ਮੁਫਤ ਦੀ ਹੀਲਿੰਗ ਕਰਨ, ਉਹਨਾਂ ਦੇ ਕੋਲ ਲੋਕਾਂ ਦੀ ਲਾਈਨ ਲੱਗ ਜਾਏਗੀ। ਪੈਸੇ ਲੈ ਕੇ ਜੋ ਹੀਲਿੰਗ ਦਾ ਕੰਮ ਕਰਦੇ ਹਨ, ਉਹਨਾਂ ਤੇ ਪਾਵਰ ਨਹੀਂ ਹੈ। ਪੈਸੇ ਲੈ ਕੇ ਜੋ ਹੀਲਿੰਗ ਕਰਦੇ ਹਨ, ਉਹ ਮਾਇਆ ਤੇ ਫਸੇ ਹਨ। ਆਨੰਦ ਚਲੋ ਬਾਪੂ ਜੀ, ਅਸੀਂ ਇਸ ਗੱਲ ਨੂੰ ਛੱਡ ਦਿੰਦੇ ਹਾਂ ਕਿ ਪੈਸੇ ਲੈ ਕੇ ਕੰਮ ਕਰਦੇ ਹਨ ਨਹੀਂ ਜਾਂ ਨਹੀਂ। ਰਿਐਲਿਟੀ ਜਾਂ ਅਸਲੀਅਤ ਤੇ ਉਹਨਾਂ ਕੋਲ ਪਾਵਰ ਕਿੱਥੋਂ ਦੀ ਆਉਂਦੀ ਹੈ ਅਤੇ ਕਦੋਂ ਤੱਕ ਰਹੇਗੀ, ਇਹ ਬਹੁਤ ਵੱਡਾ ਸਵਾਲ ਹੈ। ਬਾਪੂ ਜੀ, ਇਹਨਾਂ ਦੇ ਕੋਲ ਪਾਵਰ ਕਿੱਥੋਂ ਦੀ ਆਏਗੀ? ਉਹ ਤੇ ਪਾਵਰ ਫਰਿਸ਼ਤਿਆਂ ਤੋਂ ਲੈਂਦੇ ਹਨ। ਹੁਣ ਫਰਿਸ਼ਤਿਆਂ ਦੇ ਕੋਲ ਵੀ ਪਾਵਰ ਨਹੀਂ ਹੈ। ਫਰਿਸ਼ਤੇ ਵੀ ਨੀਚੇ ਡਿੱਗ ਗਏ ਰਹੇ ਹਨ। ਸਾਰੇ ਦੇਵਤਾ ਮਨੁੱਖ ਬਣ ਗਏ ਹਨ। ਜਿਸ ਤਰ੍ਹਾਂ ਕਿ ਜਿਸ ਨੂੰ ਤੁਸੀਂ ਯਾਦ ਕਰਦੇ ਹੋ, ਉਸ ਦੇ ਕੋਲ ਵੀ ਜੋ ਹੋਏਗਾ ਉਹੀ ਤੁਹਾਨੂੰ ਮਿਲੇਗਾ। ਤੇ ਹੀਲਿੰਗ ਕਰਨ ਵਾਲਿਆਂ ਦੇ ਜੋ ਪਾਇਓਨੀਰ ਜਾਂ ਪ੍ਰਧਾਨ ਹੁੰਦੇ ਹਨ, ਭਾਵੇਂ ਕੋਈ ਵੀ ਇਹਨਾਂ ਦਾ ਪਾਇਓਨੀਰ ਹੋਵੇ, ਉਹ ਹੁਣ ਭੂਤ ਬਣ ਗਿਆ ਹੈ। ਪਹਿਲਾਂ ਉਹ ਮਨੁੱਖ ਸੀ, ਪਰ ਉਸ ਦੀ ਪਾਵਰ ਖਤਮ ਹੋ ਗਈ ਅਤੇ ਉਹ ਨੀਚੇ ਡਿੱਗ ਗਿਆ ਤੇ ਫਿਰ ਭੂਤ ਬਣ ਗਿਆ। ਤੇ ਹੁਣ ਭੂਤਾਂ ਤੋਂ ਪਾਵਰ ਲੈ ਕੇ ਕੀ ਮਿਲੇਗਾ? ਜਿਨ੍ਹਾਂ 3 ਤੱਤਾਂ ਵਾਲੀਆਂ ਆਤਮਾਵਾਂ ਨੂੰ ਤੁਸੀਂ ਫਰਿਸ਼ਤੇ ਕਹਿੰਦੇ ਹੋ, ਮੈਂ ਉਹਨਾਂ ਨੂੰ ਭੂਤ ਕਹਿੰਦਾ ਹਾਂ। ਉਹ ਤੇ ਮਰ ਕੇ ਚਲੇ ਗਏ ਨਾ। ਜੋ ਕਿਸੇ ਦਾ ਫਾਊਂਡਰ ਜਾਂ ਨੀਂਹ ਰੱਖਣ ਵਾਲਾ ਮਨੁੱਖ ਸੀ, ਉਸ ਨੇ ਫਾਊਂਡਿੰਗ ਜਾਂ ਆਧਾਰ ਦਿੱਤਾ। ਭਾਵੇਂ ਰਿਸ਼ੀ ਮੁਨੀਆਂ ਨੇ ਵੀ ਫਾਊਂਡਿੰਗ ਕਰਵਾਈ ਹੈ, ਪਰ ਰਿਸ਼ੀ ਮੁਨੀ ਤੇ ਸਰੀਰ ਛੱਡ ਕੇ ਉੱਪਰ ਚਲੇ ਗਏ ਅਤੇ ਉਹ ਸਪਤ ਰਿਸ਼ੀ ਬਣ ਕੇ ਸੂਰਜ ਬਣ ਗਏ। ਵੱਡੇ ਵੱਡੇ ਰਿਸ਼ੀ ਮੁਨੀ ਵੀ ਉੱਪਰ ਚਲੇ ਗਏ ਨਾ, ਸੂਰਜ ਬਣ ਗਏ। ਉਹ ਗੈਲੈਕਸੀ ਤੇ ਦੂਸਰੀਆਂ ਜਗ੍ਹਾਵਾਂ ਤੇ ਚਲੇ ਗਏ। ਉਹ ਤੇ ਫਰਿਸ਼ਤੇ ਬਣ ਕੇ ਦੂਰ ਦੂਰ ਚਲੇ ਗਏ। ਉਹ ਤੇ ਹੁਣ ਕਾਰਨ ਸਰੀਰ ਤੋਂ ਵੀ ਦੂਰ ਚਲੇ ਗਏ। ਆਨੰਦ
ਤੇ ਜੋ ਆਤਮਾਵਾਂ ਐਂਜਲਸ ਹਨ ਅਤੇ ਜੋ ਇੱਥੇ ਆ ਕੇ ਸਾਰੇ ਕੰਮ ਕਰਦੀਆਂ ਹਨ, ਇਸ ਦਾ ਮਤਲਬ ਉਹ ਮੋਹ ਮਾਇਆ ਤੇ ਫਸੀਆਂ ਹੋਈਆਂ ਹਨ? ਬਾਪੂ ਜੀ, ਮੇਰੀ ਇੱਕ ਵੀਡੀਓ ਨੂੰ ਤੁਸੀਂ ਵੇਖਣਾ, ਉਸ ਤੇ ਮੈਂ ਦੱਸਿਆ ਹੈ ਕਿ ਸੂਖਮ ਜਗਤ ਵਾਲੇ ਸਥੂਲ ਜਗਤ ਤੇ ਆ ਕੇ, ਯਾਨੀ 3 ਤੱਤਾਂ ਵਾਲੇ 5 ਤੱਤਾਂ ਦੇ ਜਗਤ ਤੇ ਆ ਕੇ ਆਪਣਾ ਡੇਰਾ ਜਾਂ ਅੱਡਾ ਬਣਾਉਂਦੇ ਹਨ ਅਤੇ ਉਹ ਜਨਮ ਮਰਨ ਦੇ ਚੱਕਰ ਤੇ ਆ ਕੇ ਲੋਕਾਂ ਨੂੰ ਫਸਾਉਂਦੇ ਹਨ। ਜਿੰਨੇ ਵੀ ਧਰਮ ਸੰਪਰਦਾਇ ਜੋ ਵੀ ਆਉਂਦੇ ਹਨ, ਉਹ ਸੂਖਮ ਜਗਤ ਤੋਂ ਆਉਂਦੇ ਹਨ। ਜੋ ਕੁਝ ਵੀ ਤੁਸੀਂ ਸਥੂਲ ਜਗਤ ਤੇ ਵੇਖ ਰਹੇ ਹੋ, ਉਹੀ ਸੂਖਮ ਜਗਤ ਤੇ ਹੈ। ਤੇ ਇਸ ਕਰਕੇ ਸੂਖਮ ਜਗਤ ਵਾਲਿਆਂ ਯਾਨੀ 3 ਤੱਤਾਂ ਵਾਲਿਆਂ ਨੂੰ ਯਾਦ ਕਰਕੇ ਕੋਈ ਪਾਵਰ ਨਹੀਂ ਮਿਲੇਗੀ। ਅਲਟੀਮੇਟ ਯਾਨੀ ਸਭ ਤੋਂ ਉੱਚੇ ਅਤੇ ਆਖਰੀ ਪਾਵਰ ਹਾਊਸ ਤੋਂ ਪਾਵਰ ਲਓ। ਮੇਰਾ ਤੇ ਇਹੀ ਕਹਿਣਾ ਹੈ ਕਿ ਪਾਵਰ ਹਾਊਸ ਨੂੰ ਫੜੋ, ਉਸ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਯਾਨੀ ਆਲਮਾਈਟੀ ਅਥਾਰਟੀ ਨੂੰ ਜਾਣੋ, ਮੰਨੋ। ਮੈਂ ਆਪਣੀ ਕਈ ਵੀਡੀਓਜ਼ ਤੇ ਦੱਸਿਆ ਹੈ ਕਿ ਯੋਗ ਦਾ ਸਹੀ ਤਰੀਕਾ ਜਾਣੋ, ਪਾਵਰ ਹਾਊਸ ਤੋਂ ਡਾਇਰੈਕਟ ਕਨੈਕਸ਼ਨ ਜੋੜੋ, ਯੋਗ ਕਰੋ। ਯੋਗ ਦਾ ਮਤਲਬ ਅਲਟੀਮੇਟ ਪਾਵਰ ਹਾਊਸ ਨਾਲ ਕਨੈਕਸ਼ਨ ਜਾਂ ਸੰਬੰਧ ਜੋੜਨਾ। ਆਨੰਦ ਬਾਪੂ ਜੀ, ਹੁਣ ਅਸੀਂ ਥੋੜਾ ਜਿਹਾ ਹੋਰ ਸੂਖਮ ਤੇ ਜਾਵਾਂਗੇ। ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਹੈ ਕਿ ਜਦੋਂ ਅਸੀਂ ਬੇਹੱਦ ਦੇ ਪਰਮ ਪਿਤਾ ਨੂੰ ਯਾਦ ਕਰਦੇ ਹਾਂ, ਭਾਵੇਂ ਆਪ ਜੀ ਨੇ ਇਸ ਗੱਲ ਨੂੰ ਇੱਕ ਵੱਖਰੇ ਵੀਡੀਓ ਤੇ ਬਹੁਤ ਚੰਗੀ ਤਰ੍ਹਾਂ ਨਾਲ ਦੱਸਿਆ ਹੈ, ਪਰ ਫਿਰ ਵੀ ਹੁਣ ਵੀ ਅਸੀਂ 2 ਮਿੰਟ ਇਸ ਦੇ ਬਾਰੇ ਤੇ ਚਰਚਾ ਕਰਾਂਗੇ। ਜਦੋਂ ਅਸੀਂ ਬੇਹੱਦ ਦੇ ਪਰਮ ਪਿਤਾ ਨੂੰ ਯਾਦ ਕਰਦੇ ਹਾਂ ਤੇ ਯਾਦ ਕਰਨ ਕਰਕੇ ਸਾਡੇ ਸੂਖਮ ਸਰੀਰ ਅਤੇ ਕਾਰਨ ਸਰੀਰ ਦੇ ਅੰਦਰ ਪਾਵਰ ਆਣੀ ਸ਼ੁਰੂ ਹੋ ਜਾਣ ਕਰਕੇ ਇਹਨਾਂ ਸਰੀਰਾਂ ਦੇ ਅੰਦਰ ਪਾਵਰ ਆਂਦੀ ਹੈ। ਤੇ ਕੀ ਇਸ ਤੋਂ ਸਾਡਾ ਸਥੂਲ ਸਰੀਰ ਵੀ ਠੀਕ ਹੁੰਦਾ ਹੈ? ਬਾਪੂ ਜੀ ਵੇਖੋ, ਸਭ ਤੋਂ ਪਹਿਲਾਂ ਰੋਗ ਕਿੱਥੇ ਆਂਦਾ ਹੈ? ਮਨ ਦੇ ਅੰਦਰ ਆਂਦਾ ਹੈ। ਮਨ ਮਤਲਬ ਮਨੋਮय ਜਾਂ ਕਾਰਨ ਸਰੀਰ ਤੇ ਰੋਗ ਆਂਦਾ ਹੈ। ਮਨ ਦੇ ਵਿਚਾਰਾਂ ਕਰਕੇ ਜੋ ਸਰੀਰ ਬਣਦਾ ਹੈ ਉਹ ਕਾਰਨ ਸਰੀਰ ਹੈ ਤੇ ਕਾਰਨ ਸਰੀਰ ਤੇ ਰੋਗ ਆਂਦਾ ਹੈ ਨਾ। ਮਨ ਤੋਂ ਰੋਗ ਟ੍ਰਾਂਸਫਰ ਹੋਇਆ ਕਾਰਨ ਸਰੀਰ ਤੇ, ਇਸ ਕਰਕੇ ਸਭ ਤੋਂ ਪਹਿਲਾਂ ਰੋਗ ਮਨ ਤੇ ਆਇਆ ਨਾ। ਮਨ ਤੇ ਰੋਗ ਕਿੱਥੋਂ ਆਇਆ? ਤੁਸੀਂ ਜੋ ਵੀ ਮਨ ਵਚਨ ਕਰਮ ਤੋਂ ਸੋਚਦੇ ਹੋ ਜਾਂ ਕਰਮ ਕਰਦੇ ਹੋ, ਉਸ ਦੇ ਕਰਕੇ ਮਨ ਤੇ ਰੋਗ ਆਂਦਾ ਹੈ। ਮਨ ਤੇ ਸੋਚਣ ਕਰਕੇ ਕਾਰਨ ਸਰੀਰ ਤੇ ਟ੍ਰਾਂਸਫਰ ਹੁੰਦਾ ਹੈ। ਕਾਰਨ ਸਰੀਰ ਤੋਂ ਸੂਖਮ ਸਰੀਰ ਤੇ ਆਇਆ ਅਤੇ ਫਿਰ ਸੂਖਮ ਸਰੀਰ ਡਿਫੈਕਟ ਜਾਂ ਨੁਕਸ ਵਾਲਾ ਹੋ ਗਿਆ ਤੇ ਹੁਣ ਫਿਰ ਤੁਹਾਡਾ ਔਰਾ ਖਰਾਬ ਹੋ ਗਿਆ ਅਤੇ ਫਿਰ ਉਸ ਦਾ ਇਫੈਕਟ ਜਾਂ ਅਸਰ ਸਥੂਲ ਸਰੀਰ ਤੇ ਪੈਂਦਾ ਹੈ। ਇਸ ਲਈ ਪਾਵਰ ਹਾਊਸ ਤੋਂ ਜਦੋਂ ਕਨੈਕਸ਼ਨ ਜੋੜੋਗੇ, ਪਾਵਰ ਹਾਊਸ ਤੋਂ ਪਾਵਰ ਲਓਗੇ, ਉਦੋਂ ਤੁਹਾਡੀ ਆਤਮਾ ਰੂਪੀ ਬੈਟਰੀ ਚਾਰਜ ਹੋ ਜਾਏਗੀ, ਤੁਹਾਡੀ ਆਤਮਾ ਰੂਪੀ ਬਲਬ ਜਗ ਜਾਏਗਾ। ਅਖੀਰ ਤੇ ਆਤਮਾ ਤੇ ਪਾਵਰ ਚਾਹੀਦੀ ਹੈ ਨਾ, ਉਹ ਪਾਵਰ ਹਾਊਸ ਤੋਂ ਹੀ ਪਾਵਰ ਆਏਗੀ। ਆਤਮਾ ਨੂੰ ਪਰਮ ਲਾਈਟ ਚਾਹੀਦੀ, ਕੋਈ ਹੋਰ ਆਤਮਾ ਨੂੰ ਟ੍ਰਾਂਸਫਰ ਕੀਤੀ ਹੋਈ ਪਾਵਰ ਆਤਮਾ ਨੂੰ ਨਹੀਂ ਚਾਹੀਦੀ। ਹੀਲਰ ਵਾਲੀ ਪਾਵਰ ਨਹੀਂ ਚਾਹੀਦੀ। ਉਸ ਆਤਮਾ ਨੂੰ ਬਸ ਪਰਮ ਲਾਈਟ ਹੀ ਚਾਹੀਦੀ। ਸੂਰਜ ਦੀ ਲਾਈਟ ਵੀ ਨਹੀਂ ਚਾਹੀਦੀ। ਸੂਰਜ ਤੇ ਅਗਨੀ ਤੱਤ ਹੈ, ਸੂਰਜ ਦਾ ਪ੍ਰਕਾਸ਼ ਤੇ ਅਗਨੀ ਤੱਤ ਹੈ। ਆਨੰਦ ਬਾਪੂ ਜੀ, ਆਪ ਜੀ ਨੇ ਇੱਥੇ ਬਹੁਤ ਇੰਪੋਰਟੈਂਟ ਗੱਲ ਦੱਸੀ ਕਿ ਸਾਨੂੰ ਜੋ ਤੱਤ ਚਾਹੀਦਾ, ਮਤਲਬ ਸਾਡੀ ਆਤਮਾ ਨੂੰ ਜੋ ਤੱਤ ਚਾਹੀਦਾ ਹੈ ਉਹ ਪਰਮ ਤੱਤ ਅਤੇ ਪਰਮ ਪ੍ਰਕਾਸ਼ ਹੀ ਚਾਹੀਦਾ। ਹੁਣ ਜੇਕਰ ਉਹ ਆਤਮਾ ਹੀ ਡੈਫੀਸ਼ੀਐਂਟ ਜਾਂ ਬਿਮਾਰ ਯਾਨੀ ਨੁਕਸ ਵਾਲੀ ਹੋ ਗਈ ਹੈ ਤੇ ਅਸੀਂ ਯਾਨੀ ਇੱਥੇ ਸਾਡਾ ਸਥੂਲ ਸਰੀਰ ਬਿਮਾਰ ਜਾਂ ਦੁਖੀ ਹੋ ਰਿਹਾ ਹੈ। ਹੁਣ ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਬੇਹੱਦ ਦੇ ਪਰਮ ਪਿਤਾ ਨੂੰ ਯਾਦ ਕਰਨ ਤੋਂ ਪਰਮ ਲਾਈਟ ਅਤੇ ਪਰਮ ਤੱਤ ਆਉਂਦੇ ਹਨ ਅਤੇ ਇਹ ਜੋ 5 ਤੱਤ ਹਨ, ਆਕਾਸ਼, ਵਾਯੂ, ਅਗਨ, ਜਲ ਅਤੇ ਪ੍ਰਿਥਵੀ, ਇਹਨਾਂ 5 ਤੱਤਾਂ ਦਾ ਜੋ ਮੇਨ ਸੋਰਸ ਹੈ ਉਹ ਹੈ ਪਰਮ ਤੱਤ। ਤੇ ਜਦੋਂ ਅਸੀਂ ਬੇਹੱਦ ਦੇ ਪਰਮ ਪਿਤਾ ਨੂੰ ਯਾਦ ਕਰਦੇ ਹਾਂ ਤੇ ਸਾਡੇ ਅੰਦਰ ਪਰਮ ਤੱਤ, ਪਰਮ ਲਾਈਟ ਆਉਂਦੀ ਹੈ। ਉਸ ਪਰਮ ਲਾਈਟ ਅਤੇ ਪਰਮ ਤੱਤਾਂ ਤੋਂ ਸਾਡੇ 5 ਤੱਤ ਚਾਰਜ ਹੁੰਦੇ ਹਨ ਅਤੇ ਸਾਡਾ ਜੋ ਸਥੂਲ ਸਰੀਰ ਹੈ ਉਹ ਹੌਲੀ ਹੌਲੀ ਠੀਕ ਹੋਣ ਲੱਗ ਜਾਂਦਾ ਹੈ। ਤੇ ਹੁਣ ਆਪ ਜੀ ਇਹ ਦੱਸੋ ਕਿ ਅਸੀਂ ਕਿੰਨੇ ਟਾਈਮ ਤੱਕ ਪਾਵਰ ਹਾਊਸ ਨਾਲ ਕਨੈਕਸ਼ਨ ਕਰ ਸਕਦੇ ਹਾਂ ਅਤੇ ਇਸ ਤੋਂ ਸਾਨੂੰ ਕਿੰਨੀ ਛੇਤੀ ਪਾਵਰ ਮਿਲ ਸਕਦੀ ਹੈ? ਕਿਉਂਕਿ ਜਿਸ ਤਰ੍ਹਾਂ ਕਿ ਆਪ ਜੀ ਨੇ
ਦੱਸਿਆ ਹੈ ਕਿ ਇਹ ਜੋ ਸਾਡਾ ਸਰੀਰ ਹੈ ਇਹ ਦੇ ਕਰੋੜਾਂ ਜਨਮਾਂ ਦਾ ਹਿਸਾਬ ਕਿਤਾਬ ਹੈ ਤੇ ਇਹ ਤੇ 1 ਮਿੰਟ ਤੇ ਚਾਰਜ ਹੋਣ ਵਾਲਾ ਨਹੀਂ ਹੈ। ਬਾਪੂ ਜੀ, ਇੱਕ ਗੱਲ ਦੱਸਦਾ ਹਾਂ ਕਿ ਬੇਹਿਸਾਬ ਜਨਮਾਂ ਦੇ ਕਰਕੇ ਤੁਸੀਂ ਮਨੁੱਖ ਬਣੇ ਹੋ। ਤੁਸੀਂ ਪਹਿਲਾਂ ਫਰਿਸ਼ਤਾ ਸੀ। ਬੇਹਿਸਾਬ ਅਨੇਕਾਂ ਜਨਮਾਂ ਦੇ ਕਰਕੇ ਤੁਸੀਂ ਮਨੁੱਖ ਬਣੇ ਹੋ। ਹੁਣ ਤੁਹਾਡੀ ਆਤਮਾ ਤੇ ਇੰਨੀ ਡੈਫੀਸਿਟ ਹੈ, ਜਿਸ ਤਰ੍ਹਾਂ ਕਿ ਆਤਮਾ ਤੇ ਇੰਨੀ ਖਾਦ ਪੈ ਗਈ ਹੈ। ਹੁਣ ਆਤਮਾ ਇੰਨੀ ਤਮੋ ਪ੍ਰਧਾਨ ਜਾਂ ਨੈਗੇਟਿਵ ਵਿਚਾਰਾਂ ਵਾਲੀ ਹੋ ਗਈ ਹੈ। ਆਤਮਾ ਲੋਹੇ ਦੀ ਤਰ੍ਹਾਂ ਹੋ ਗਈ ਹੈ, ਯਾਨੀ ਹੁਣ ਆਤਮਾ ਤੇ ਕਿਸੇ ਵੀ ਤਰ੍ਹਾਂ ਦੇ ਪੋਜ਼ਿਟਿਵ ਜਾਂ ਕੋਈ ਵੀ ਵਿਚਾਰਾਂ ਦਾ ਅਸਰ ਨਹੀਂ ਹੁੰਦਾ। ਤੇ ਪਾਵਰ ਹਾਊਸ ਨਾਲ ਕਨੈਕਸ਼ਨ ਰੱਖੋਗੇ ਉਦੋਂ ਫਿਰ ਹੌਲੀ ਹੌਲੀ ਬੈਟਰੀ ਚਾਰਜ ਹੋਏਗੀ ਨਾ। ਜਿਸ ਤਰ੍ਹਾਂ ਕਿ ਤੁਹਾਡਾ ਮੋਬਾਈਲ ਫੋਨ ਚਾਰਜ ਹੋਣ ਤੇ ਟਾਈਮ ਲੱਗਦਾ ਹੈ ਕਿ ਉਹ 1 ਮਿੰਟ ਤੇ ਹੋ ਜਾਂਦਾ ਹੈ। ਇਸ ਲਈ ਗੀਤਾ ਤੇ ਕਿਹਾ ਹੈ, ਤੂੰ ਕਰਮ ਯੋਗੀ ਬਣ, ਹਰ ਵੇਲੇ ਮੈਨੂੰ ਯਾਦ ਕਰ। ਇਸ ਦੇ ਲਈ ਕੀ ਤਰੀਕਾ ਦੱਸਿਆ ਹੈ ਗੀਤਾ ਤੇ? ਤੂੰ ਮੈਨੂੰ ਦੇ ਅਤੇ ਦੇ ਸਾਰੇ ਸੰਬੰਧ ਭੁੱਲ ਕੇ, ਛੱਡ ਕੇ ਨਹੀਂ, ਭੁੱਲ ਕੇ, ਘਰ ਗ੍ਰਸਤੀ ਤੇ ਰਹਿ ਕੇ ਬੁੱਧ ਤੋਂ ਭੁੱਲਣਾ ਹੈ ਤੇ ਆਤਮ ਸਰੂਪ ਤੇ ਟਿਕ ਕੇ ਪਰਮਾਤਮਾ ਨੂੰ ਯਾਦ ਕਰਨਾ ਹੈ। ਪਰਮਾਤਮਾ ਨਿਰਾਕਾਰ ਨੂੰ ਯਾਦ ਕਰੋ। ਪਹਿਲਾਂ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਹੋਣੀ ਚਾਹੀਦੀ। ਮੈਂ ਆਤਮਾ ਹਾਂ, ਇਸ ਦਾ ਪੱਕਾ ਸਬਕ ਯਾਦ ਹੋਣਾ ਚਾਹੀਦਾ। ਅਨੰਤ ਬਾਪੂ ਜੀ, ਮੇਰਾ ਇੱਕ ਸਵਾਲ ਹੈ। ਜਿਸ ਤਰ੍ਹਾਂ ਮੈਂ ਵੀ ਸੈਮੀਨਾਰ ਲੈਂਦਾ ਹਾਂ ਸਟੂਡੈਂਟਸ ਦੇ ਲਈ, ਤੇ ਉਸ ਦੇ ਅੰਦਰ ਮੈਂ ਇਹ ਦੱਸਦਾ ਹਾਂ ਕਿ ਜੋ ਸਾਡੇ ਕੋਲ ਇੱਕ ਦਿਨ ਦੇ ਅੰਦਰ 60,000 ਸੈਕਿੰਡ ਹੁੰਦੇ ਹਨ, ਜਿਸ ਦੇ ਵਿੱਚੋਂ 24 ਘੰਟੇ ਵਿੱਚੋਂ ਅਸੀਂ 8 ਘੰਟੇ ਸੌਂਦੇ ਹਾਂ, 16 ਘੰਟੇ ਜਾਗਦੇ ਹਾਂ। ਉਸ ਨੂੰ ਜੇਕਰ ਸੈਕਿੰਡ ਤੇ ਕਨਵਰਟ ਕਰੋ ਜਾਂ ਬਦਲੋ ਤੇ ਤਕਰੀਬਨ 60,000 ਸੈਕਿੰਡ ਬਣਦੇ ਹਨ। ਤੇ ਜੋ ਆਪ ਜੀ ਦੀ ਗੱਲ ਹੈ ਉਸ ਨੂੰ ਮੈਂ ਇਸ ਨਾਲ ਜੋੜਨਾ ਚਾਹ ਰਿਹਾ ਹਾਂ ਕਿ ਉਸ 60,000 ਸੈਕਿੰਡ ਨੂੰ ਜੇਕਰ ਅਸੀਂ ਪਰਮਾਤਮਾ ਦੀ ਯਾਦ ਤੇ ਲਗਾਈਏ ਤੇ ਫਿਰ ਪੂਰੇ ਦਿਨ ਦਾ ਟੋਟਲ ਕਰੀਏ ਕਿ ਜੇਕਰ ਅਸੀਂ 60,000 ਸੈਕਿੰਡ ਵਿੱਚੋਂ ਅਸੀਂ ਅੱਧੇ ਸੈਕਿੰਡ ਤੇ ਵੀ ਪੋਜ਼ਿਟਿਵ ਜਾਂ ਪਰਮਾਤਮਾ ਦੇ ਬਾਰੇ ਤੇ ਸੋਚਿਆ ਤੇ ਸਾਡੀ ਬੈਟਰੀ ਚਾਰਜ ਹੋਣਾ ਸ਼ੁਰੂ ਹੋ ਜਾਏਗੀ। ਪਰ ਜੇਕਰ ਅਸੀਂ ਪੂਰੇ 60,000 ਸੈਕਿੰਡ ਪਰਮ ਤੱਤ ਨੂੰ, ਪਰਮ ਲਾਈਟ ਨੂੰ, ਪਰਮਾਤਮਾ ਨੂੰ ਯਾਦ ਕਰਨ ਤੇ ਖਰਚ ਕੀਤੇ ਤੇ ਜੋ ਡੈਫੀਸਿਟੀ ਸਾਡੀ ਆਤਮਾ ਤੇ ਹੈ ਉਹ ਹੌਲੀ ਹੌਲੀ ਘੱਟ ਹੋਣਾ ਸ਼ੁਰੂ ਹੋ ਜਾਏਗੀ। ਤੇ ਸਾਨੂੰ ਜਾਂ ਹਰ ਇਨਸਾਨ ਨੂੰ ਹਰ ਸੈਕਿੰਡ ਇਹ ਸੋਚਣਾ ਚਾਹੀਦਾ ਕਿ ਅਸੀਂ ਕਿਸ ਦੇ ਬਾਰੇ ਤੇ ਸੋਚ ਰਹੇ ਹਾਂ। ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਅੱਜ ਇਨਸਾਨ ਦੇ ਦੁਖੀ ਹੋਣ ਦੀ ਇਹ ਵਜ੍ਹਾ ਹੈ ਕਿ ਇਨਸਾਨ ਪੂਰੀ ਦੁਨੀਆ ਦੇ ਬਾਰੇ ਤੇ ਸੋਚਦਾ ਹੈ, ਸਵ ਨੂੰ ਜਾਂ ਆਪਣੇ ਆਪ ਨੂੰ ਭੁੱਲ ਜਾਂਦਾ ਹੈ। ਸਵ ਚਿੰਤਨ ਯਾਨੀ ਆਪਣੇ ਆਪ ਦੇ ਬਾਰੇ ਤੇ ਸੋਚਣਾ ਜਾਂ ਆਪਣੀ ਆਤਮਾ ਦੇ ਬਾਰੇ ਤੇ ਸੋਚਣਾ ਭੁੱਲ ਗਿਆ ਹੈ, ਬਲਕਿ ਪਰ ਚਿੰਤਨ ਜਾਂ ਦੂਸਰਿਆਂ ਦੇ ਬਾਰੇ ਤੇ ਸੋਚਣ ਲੱਗ ਰਿਹਾ ਹੈ। ਤੇ ਜੇਕਰ ਇਨਸਾਨ ਪਰਮਾਤਮਾ ਨੂੰ ਇਹ 60,000 ਸੈਕਿੰਡ ਲਗਾਤਾਰ ਕੰਟੀਨਿਊ ਸੋਚਣ ਜਾਂ ਯਾਦ ਕਰਨਾ ਸ਼ੁਰੂ ਕਰ ਦੇਵੇ ਤੇ ਕੀ ਉਸ ਦੀ ਲਾਈਫ ਤੇ ਪੂਰਾ ਚੇਂਜ ਹੋਣਾ ਸ਼ੁਰੂ ਹੋ ਜਾਏਗਾ? ਬਾਪੂ ਜੀ, ਪਹਿਲਾਂ ਤੇ ਪਰਮਾਤਮਾ ਤੋਂ, ਪਾਵਰ ਹਾਊਸ ਤੋਂ ਕਨੈਕਟ ਹੋਣ ਦੀ ਮਤਲਬ ਯੋਗ ਲਗਾਉਣ ਦੀ ਵਿਧੀ ਜਾਂ ਤਰੀਕਾ ਪਤਾ ਹੋਣਾ ਚਾਹੀਦਾ। ਪਰ ਇਸ ਤੋਂ ਵੀ ਪਹਿਲਾਂ ਆਤਮਾ ਤੇ ਗਿਆਨ ਹੋਣਾ ਚਾਹੀਦਾ। ਗਿਆਨ ਆਏਗਾ, ਯੋਗ ਦਾ ਤਰੀਕਾ ਜਾਂ ਵਿਧ ਆਏਗੀ। ਯੋਗ ਕਰਨ ਲਈ ਮਨੁੱਖ ਆਤਮਾਵਾਂ ਨੂੰ ਘਰ ਗ੍ਰਸਤੀ ਛੱਡ ਕੇ ਸੰਨਿਆਸੀ ਤੇ ਬਣਨਾ ਨਹੀਂ ਹੈ। ਘਰ ਗ੍ਰਸਤ ਤੇ ਰਹਿ ਕੇ ਆਪਣੇ ਘਰ ਦੇ ਗ੍ਰਸਤੀ ਦੇ ਕੰਮ ਕਰਦੇ ਕਰਦੇ ਮੈਕਸੀਮਮ ਜਾਂ ਵੱਧ ਤੋਂ ਵੱਧ ਟਾਈਮ ਤੇ ਕਰਮ ਯੋਗੀ ਬਣਨਾ ਹੈ। ਆਤਮ ਸਰੂਪ ਤੇ ਟਿਕਣ ਲਈ ਬਹੁਤ ਵੱਡਾ ਅਭਿਆਸ ਹੋਣਾ ਚਾਹੀਦਾ। ਉਸ ਦੇ ਲਈ ਪਹਿਲਾਂ ਹੈ ਗਿਆਨ ਦੀ ਪੜ੍ਹਾਈ, ਫਿਰ ਉਸ ਦੇ ਲਈ ਅਭਿਆਸ ਚਾਹੀਦਾ। ਆਤਮ ਸਰੂਪ ਤੇ ਟਿਕਣ ਦਾ ਅਭਿਆਸ ਚਾਹੀਦਾ ਅਤੇ ਫਿਰ ਆਤਮ ਸਰੂਪ ਤੇ ਟਿਕ ਕੇ ਇਸ ਮਾਇਆ ਤੇ ਰਹਿ ਕੇ ਮਾਇਆ ਜੀਤ ਯਾਨੀ ਮਾਇਆ ਨੂੰ ਜਿੱਤਣ ਦਾ ਜਾਂ ਮਾਇਆ ਦੇ ਨਾ ਫਸਣ ਦਾ ਅਨੁਭਵ ਹੋਣਾ ਚਾਹੀਦਾ। ਉਸ ਨੂੰ ਇਹ ਇਸ ਤਰ੍ਹਾਂ ਨਾਲ ਲੱਗਣਾ ਚਾਹੀਦਾ ਕਿ ਇਹ ਸਭ ਮਾਇਆ ਹੈ, ਸਾਰਾ ਸੰਸਾਰ ਝੂਠਾ ਹੈ, ਝੂਠੀ ਮਾਇਆ, ਝੂਠੀ ਕਾਇਆ, ਝੂਠਾ ਜਗ ਸੰਸਾਰ। ਤੇ ਆਤਮ ਸਰੂਪ ਤੇ ਟਿਕਣ ਦਾ ਬਹੁਤ ਵੱਡਾ ਅਭਿਆਸ ਹੁੰਦਾ ਹੈ। ਆਤਮ ਸਰੂਪ ਤੇ ਟਿਕ ਕੇ ਜਦੋਂ ਪਰਮਾਤਮਾ ਤੋਂ ਪਾਵਰ ਲਓਗੇ ਤੇ ਪਰਮਾਤਮਾ ਤੋਂ ਪਾਵਰ ਆਏਗੀ। ਤੇ ਜਦੋਂ ਆਤਮਾ ਤੇ ਪਾਵਰ ਆਂਦੀ ਹੈ ਉਹ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਹੋ ਜਾਏਗੀ।
ਹੌਲੀ ਹੌਲੀ ਕਾਰਨ ਸਰੀਰ ਚਾਰਜ ਹੋ ਜਾਏਗਾ ਤੇ ਜਦੋਂ ਟਾਈਮ ਆਏਗਾ, ਟਾਈਮ ਦੇ ਆਉਣ ਤੇ ਤੁਸੀਂ ਸਰੀਰ ਛੱਡੋਗੇ, ਉਦੋਂ ਅੰਤਮਤੀ ਸੋ ਗਤੀ ਯਾਨੀ ਅੰਤ ਸਮੇਂ ਦੀ ਮੱਤ ਦੇ ਹਿਸਾਬ ਨਾਲ ਹੀ ਆਤਮਾ ਸਰੀਰ ਛੱਡੇਗੀ। ਤੇ ਗੀਤਾ ਤੇ ਭਗਵਾਨ ਨੇ ਅੰਤ ਤੇ ਵੀ ਦੱਸਿਆ ਹੈ ਕਿ ਜਿਸ ਨੂੰ ਯਾਦ ਕਰੋਗੇ ਉਸੇ ਨੂੰ ਤੁਸੀਂ ਪ੍ਰਾਪਤ ਕਰੋਗੇ। ਜੇਕਰ ਤੁਸੀਂ ਭੂਤਾਂ ਨੂੰ ਯਾਦ ਕਰੋਗੇ ਤੇ ਭੂਤਾਂ ਦੇ ਕੋਲ ਜਾਓਗੇ, ਅਤੇ ਜੇਕਰ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ ਤੇ ਪਰਮਾਤਮਾ ਦੇ ਕੋਲ ਚਲੇ ਜਾਓਗੇ। ਉੱਚੇ ਤੋਂ ਉੱਚੇ ਪਰਮ ਧਾਮ ਤੇ ਚਲੇ ਜਾਓਗੇ। ਆਤਮਾ ਨਿਰਾਕਾਰੀ ਬਣ ਕੇ ਪਰਮ ਧਾਮ ਤੇ ਨਿਰਾਕਾਰੀ ਸਟੇਜ ਤੇ ਚਲੀ ਜਾਏਗੀ। ਆਨੰਦ। ਤੇ ਬਾਪੂ ਜੀ, ਮੇਰਾ ਲਾਸਟ ਸਵਾਲ ਇਹ ਹੈ ਕਿ ਇਹ ਸਭ ਸਾਨੂੰ ਆਪਣੇ ਲਈ ਕਰਨਾ ਹੈ ਜਾਂ ਅਸੀਂ ਦੂਸਰਿਆਂ ਦੇ ਲਈ ਵੀ ਕਰ ਸਕਦੇ ਹਾਂ? ਬਾਪੂ ਜੀ, ਪਹਿਲਾਂ ਆਪਣੇ ਲਈ ਕਰੋ, ਫਿਰ ਹੀ ਦੂਸਰਿਆਂ ਲਈ ਕਰੋਗੇ ਨਾ। ਦੀਵੇ ਤੋਂ ਦੀਵਾ ਜਗਾਉਣਾ ਹੈ ਤੇ ਆਤਮਾ ਰੂਪੀ ਦੀਵਾ ਜਗਾਓਗੇ ਨਾ। ਜਦੋਂ ਤੁਹਾਡਾ ਦੀਵਾ ਜਗੇਗਾ ਤੇ ਫਿਰ ਤੁਸੀਂ ਦੂਸਰਿਆਂ ਦਾ ਦੀਵਾ ਜਗਾਓਗੇ ਨਾ। ਅਨੰਤ। ਦੀਵਾ ਕਿਸ ਤਰ੍ਹਾਂ ਜਗਾਉਣਾ ਹੈ? ਇਹ ਕਿ ਉਹਨਾਂ ਨੂੰ ਗਿਆਨ ਤੋਂ ਸਿਖਾ ਸਕਦੇ ਹਾਂ? ਬਾਪੂ ਜੀ, ਗਿਆਨ ਤੇ ਸਾਰੀ ਦੁਨੀਆ ਨੂੰ ਦਿਓ ਨਾ। ਅਸੀਂ ਸਾਰੀ ਦੁਨੀਆ ਨੂੰ ਗਿਆਨ ਦਿੰਦੇ ਹਾਂ ਨਾ। ਸਾਡੇ ਯੋਗ ਦੀ ਵੀਡੀਓਜ਼ ਵੇਖੋ ਅਤੇ ਪਰਮਾਤਮਾ ਤੋਂ ਪਾਵਰ ਹਾਊਸ ਤੋਂ ਕਨੈਕਟ ਕਰੋ। ਤੁਹਾਡੀ ਆਤਮਾ ਤੇ ਪਾਵਰ ਆਏਗੀ। ਤੁਹਾਡਾ ਆਤਮਾ ਦਾ ਦੀਵਾ ਜਗ ਜਾਏਗਾ। ਆਤਮਾ ਦਾ ਬਲਬ ਜਗੇਗਾ। ਆਤਮਾ ਵੱਖਰੀ ਵੱਖਰੀ ਤਰ੍ਹਾਂ ਦੀ ਕੈਪੈਸਿਟੀ ਵਾਲੀਆਂ ਹਨ। ਕੋਈ 10 ਵੋਲਟ ਹੈ, ਕੋਈ 100 ਵੋਲਟ ਹੈ, ਕੋਈ 1000 ਵੋਲਟ ਦੀ ਹੈ, ਕੋਈ ਲੱਖਾਂ ਵੋਲਟ ਦੀ ਹੈ। ਅਨੰਤ। ਸਪੋਜ਼ ਕਰੋ ਕਿ ਅਸੀਂ ਕਿਸੇ ਨੂੰ ਹੀਲਿੰਗ ਵੀ ਕਰ ਦਿੰਦੇ ਹਾਂ ਤੇ ਇਹ ਸਭ ਟੈਂਪਰੇਰੀ ਹੈ ਨਾ। ਬਾਪੂ ਜੀ, ਇੱਕ ਗੱਲ ਦੱਸੋ ਕਿ ਜਦੋਂ ਹੀਲਿੰਗ ਦੇਣ ਵਾਲੇ ਦੀ ਕੋਈ ਇਸ ਧਰਤੀ ਤੇ ਰਹਿਣ ਵਾਲੇ ਰਿਸ਼ੀ ਮੁਨੀਆਂ ਵਰਗੀ ਅਵਸਥਾ ਜਾਂ ਸਟੇਜ ਵੀ ਨਹੀਂ ਹੈ, ਉਹ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਮੋਹੀ ਹੈ, ਹੰਕਾਰੀ ਹੈ, ਤੇ ਉਹ ਕੀ ਤੁਹਾਨੂੰ ਟ੍ਰਾਂਸਫਰ ਕਰੇਗਾ? ਉਸਦੇ ਅੰਦਰ ਜੋ ਹੋਏਗਾ ਉਹੀ ਟ੍ਰਾਂਸਫਰ ਕਰੇਗਾ ਨਾ। ਤੁਸੀਂ ਡਾਇਰੈਕਟ ਆਲਮਾਈਟੀ ਅਥਾਰਟੀ ਤੋਂ ਪਾਵਰ ਲਓ ਨਾ, ਪਾਵਰ ਹਾਊਸ ਤੋਂ ਪਾਵਰ ਲਓ। ਅਨੰਤ। ਬਾਪੂ ਜੀ, ਜੋ ਆਪ ਜੀ ਗੱਲ ਕਹਿ ਰਹੇ ਹੋ ਹੀਲਰ ਦੇ ਬਾਰੇ ਤੇ ਇਹ ਬਹੁਤ ਕੌੜਾ ਸੱਚ ਹੈ। ਬਾਪੂ ਜੀ, ਕੌੜਾ ਸੱਚ ਇੱਕਦਮ ਪਰਫੈਕਟ ਹੈ, ਯਾਨੀ ਬਿਲਕੁਲ 100% ਸੱਚ ਹੈ। ਮੈਂ ਤੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ, ਮਤਲਬ ਬਹੁਤ ਸਾਰੇ ਹੀਲਰਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਕਿ ਉਹ ਕਿਸ ਤਰ੍ਹਾਂ ਦੇ ਲੋਕ ਹੁੰਦੇ ਹਨ। ਇਹ ਮਾਇਆਵੀ ਯਾਨੀ ਪੈਸਿਆਂ ਦੇ ਲਾਲਚੀ ਲੋਕ ਹੁੰਦੇ ਹਨ। ਜੇਕਰ ਤੁਸੀਂ ਮਾਇਆਵੀ ਹੀਲਰਾਂ ਨੂੰ ਫੜੋਗੇ ਜਾਂ ਉਹਨਾਂ ਦੇ ਪਿੱਛੇ ਜਾਓਗੇ ਤੇ ਤੁਹਾਡੇ ਅੰਦਰ ਮਾਇਆ ਹੀ ਟ੍ਰਾਂਸਫਰ ਹੋਏਗੀ। ਤੁਸੀਂ ਮਾਇਆਵੀ ਬਣ ਜਾਓਗੇ। ਸਿੱਧੀ ਸਾਦੀ ਜਿਹੀ ਗੱਲ ਇਹ ਹੈ ਕਿ ਹੀਲਰ ਕੋਲ ਜੋ ਜਾਏਗਾ ਔਰ ਹੀਲਰ ਕੋਲ ਜੋ ਹੋਏਗਾ ਉਹੀ ਤੁਹਾਡੇ ਅੰਦਰ ਜਾਏਗਾ ਨਾ। ਉਹ ਜਿਸ ਕਿਸੇ ਫਰਿਸ਼ਤੇ ਤੋਂ ਪਾਵਰ ਲੈਂਦਾ ਹੈ ਤੇ ਉਹ ਫਰਿਸ਼ਤਾ ਵੀ ਜੇਕਰ ਸੂਰਜ ਦੀ ਗ੍ਰੈਵਿਟੀ ਤੇ ਹੈ ਤੇ ਉਹ ਅਸਲੀ ਫਰਿਸ਼ਤਾ ਨਹੀਂ ਹੈ। ਸੂਰਜ ਦੀ ਗ੍ਰੈਵਿਟੀ ਤੋਂ ਬਾਹਰ ਫਰਿਸ਼ਤੇ ਰਹਿੰਦੇ ਹਨ। ਉਹਨਾਂ ਦਾ ਫਰਸ਼ ਵਾਲਿਆਂ ਨਾਲ ਯਾਨੀ ਧਰਤੀ ਲੋਕ ਵਾਲਿਆਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਉਸ ਨੂੰ ਫਰਿਸ਼ਤਾ ਕਹਿੰਦੇ ਹਨ। ਆਨੰਦ। ਬਾਪੂ ਜੀ, ਜਿਸ ਤਰ੍ਹਾਂ ਕਿ ਸ਼ਿਵ ਇਸ ਬ੍ਰਹਮੰਡ ਦਾ ਸਭ ਤੋਂ ਵੱਡਾ ਸੋਰਸ ਹੈ। ਬਾਪੂ ਜੀ, ਸ਼ਿਵ ਇਸ ਬ੍ਰਹਮੰਡ ਦੇ ਪਰਮ ਧਾਮ ਤੇ ਹੈ ਤੇ ਜੇਕਰ ਤੁਸੀਂ ਸ਼ਿਵ ਤੋਂ ਪਾਵਰ ਲਓਗੇ ਤੇ ਸ਼ਿਵ ਦੀ ਤਰ੍ਹਾਂ ਦੇ ਬਣੋਗੇ। ਮਹਾਸ਼ਿਵ ਤੋਂ ਪਾਵਰ ਲਓਗੇ ਜਾਂ ਯਾਦ ਕਰੋਗੇ ਤੇ ਮਹਾਸ਼ਿਵ ਵਰਗੇ ਬਣੋਗੇ। ਮੈਂ ਆਪਣੀ ਵੀਡੀਓ ਤੇ ਦੱਸਿਆ ਹੈ ਨਾ। ਤੁਸੀਂ ਕੀ ਬਣਨਾ ਚਾਹੁੰਦੇ ਹੋ? ਕਿ ਜੀਵ ਤੋਂ ਸ਼ਿਵ ਬਣਨਾ ਚਾਹੁੰਦੇ ਹੋ ਜਾਂ ਸ਼ਿਵ ਮਹਾਸ਼ਿਵ ਜਾਂ ਪਰਮ ਮਹਾਸ਼ਿਵ ਬਣਨਾ ਚਾਹੁੰਦੇ ਹੋ ਜਾਂ ਆਲਮਾਈਟੀ ਅਥਾਰਟੀ ਦੇ ਕੋਲ ਜਾਣਾ ਚਾਹੁੰਦੇ ਹੋ? ਅਨੰਤ। ਪਰ ਜੇਕਰ ਉਹ ਇਨਸਾਨ ਸਿਰਫ ਠੀਕ ਹੀ ਹੋਣਾ ਚਾਹੁੰਦਾ ਹੋਵੇ ਤੇ ਫਿਰ ਕੀ? ਬਾਪੂ ਜੀ, ਜੇਕਰ ਉਹ ਠੀਕ ਹੀ ਹੋਣਾ ਚਾਹਵੇ ਤੇ ਫਿਰ ਉਸਦੀ ਆਪਣੀ ਬੁੱਧ ਹੈ। ਜੋ ਤਮੋ ਪ੍ਰਧਾਨ ਆਤਮਾਵਾਂ ਹਨ, ਮਾਇਆਵੀ ਆਤਮਾਵਾਂ ਹਨ, ਇਹਨਾਂ ਲੋਕਾਂ ਦੇ ਲਈ ਸਾਡਾ ਗਿਆਨ ਨਹੀਂ ਹੈ ਜੋ ਮਾਇਆ ਤੇ ਫਸੇ ਹਨ। ਅਨੰਤ। ਬਾਪੂ ਜੀ, ਵੇਖੋ, ਸਾਡਾ ਜੋ ਕੰਮ ਹੈ ਸਾਰੀ ਦੁਨੀਆ ਦੀ ਗਿਆਨ ਦੇ ਰਾਹੀਂ ਅੱਖਾਂ ਖੋਲਣੀਆਂ ਹੈ, ਕਿਉਂਕਿ ਜੋ ਆਪ ਜੀ ਗੱਲਾਂ ਦੱਸ ਰਹੇ ਹੋ ਉਹ ਗੱਲਾਂ ਸਾਰੀ ਦੁਨੀਆ ਤੇ ਕੋਈ ਵੀ ਨਹੀਂ ਦੱਸ ਰਿਹਾ ਹੈ। ਸਾਰੇ ਲੋਕੀ ਅੱਜ ਹੀਲਿੰਗ ਦੇ ਨਾਂ ਤੇ ਬਹੁਤ ਪੈਸੇ ਇਕੱਠੇ ਕਰ ਰਹੇ ਹਨ ਅਤੇ ਉਹ ਪੂਰੀ ਦੁਨੀਆ ਤੇ ਆਪਣਾ ਨਾਂ ਕਮਾਉਣਾ ਚਾਹੁੰਦੇ ਹਨ, ਪਰ ਪਰਮਾਤਮਾ ਨੂੰ ਕੋਈ ਪ੍ਰਤੱਖ ਨਹੀਂ ਕਰਨਾ ਚਾਹੁੰਦਾ। ਬਾਪੂ ਜੀ, ਵੇਖੋ, ਸੱਚ ਹਮੇਸ਼ਾ ਬਹੁਤ ਕੌੜਾ ਹੁੰਦਾ ਹੈ। ਮੈਂ ਆਪਣੇ ਆਪ ਇਹ ਗੱਲਾਂ ਨਹੀਂ ਕਰ ਰਿਹਾ ਹਾਂ। ਮੈਂ ਦੱਸਾਂ
ਕਿ ਮੈਂ ਜਦੋਂ ਯੋਗ ਜਾਂ ਸਮਾਧੀ ਅਵਸਥਾ 'ਚ ਬੈਠਦਾ ਹਾਂ ਉਦੋਂ ਮੈਨੂੰ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਮਲਟੀਪਲ ਅਨੰਤ ਕੋਟੀ ਬ੍ਰਹਮੰਡਾਂ ਦਾ ਮਾਲਿਕ ਵੀ ਨਹੀਂ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਖਰਬਾਂ ਮਲਟੀਵਰਸਾਂ ਦੇ ਮਾਲਿਕਾਂ ਦਾ ਮਾਲਿਕ ਮੈਨੂੰ ਗਿਆਨ ਇਮਰਜ ਕਰਵਾਉਂਦਾ ਹੈ, ਮੈਨੂੰ ਸਾਰੀਆਂ ਗੈਲੈਕਸੀਆਂ ਯੂਨੀਵਰਸਾਂ ਪੂਰੀ ਦੀ ਪੂਰੀ ਦਿਖਾਉਂਦਾ ਹੈ। ਐਸੀ ਕਰਕੇ ਮੈਂ ਇਹ ਕੌੜਾ ਸੱਚ ਕਹਿ ਰਿਹਾ ਹਾਂ ਕਿ ਤੁਸੀਂ ਮਨੁੱਖ ਆਤਮਾਵਾਂ ਤੋਂ ਪਾਵਰ ਲੈ ਕੇ ਹੀਲਿੰਗ ਕਰਵਾਉਣ ਦੀ ਬਜਾਏ ਡਾਇਰੈਕਟ ਆਲਮਾਈਟੀ ਅਥਾਰਟੀ ਪਾਵਰ ਹਾਊਸ ਦੇ ਕੋਲ ਜਾਓ ਨਾ। ਅਤੇ ਫਿਰ ਤੁਹਾਨੂੰ ਕਿੰਨੀ ਬੂੰਦ ਪਾਵਰ ਚਾਹੀਦੀ? 1 ਬੂੰਦ, ਸਮੁੰਦਰ ਦੀ 1 ਬੂੰਦ ਦੇ ਬਰਾਬਰ। ਆਲਮਾਈਟੀ ਅਥਾਰਟੀ ਤੇ ਪਾਵਰ ਦਾ ਸਮੁੰਦਰ ਹੈ, ਗਿਆਨ ਦਾ ਸਾਗਰ, ਦਇਆ ਦਾ ਸਾਗਰ ਹੈ, ਤੇ ਮੈਂ ਉਸ ਦੇ ਕਹਿਣ ਤੇ ਇਹ ਕੌੜਾ ਸੱਚ ਕਹਿ ਰਿਹਾ ਹਾਂ। ਇਹ ਆਮ ਦੁਨੀਆ ਨੂੰ ਚੰਗਾ ਨਹੀਂ ਲੱਗੇਗਾ। ਅਨੰਤ, ਮੈਂ ਆਪ ਜੀ ਨੂੰ ਇਹੀ ਕਹਿਣਾ ਚਾਹ ਰਿਹਾ ਹਾਂ ਕਿ ਜਿਸ ਤਰ੍ਹਾਂ ਆਪ ਜੀ ਕਈ ਵਾਰ ਸਾਨੂੰ ਸਾਰਿਆਂ ਨੂੰ ਕਹਿੰਦੇ ਹੋ ਕਿ ਗਿਆਨ ਤੋਂ ਹੀ ਸਾਰਿਆਂ ਦਾ ਉद्धार ਜਾਂ ਬੇੜਾ ਪਾਰ ਹੋਣ ਵਾਲਾ ਹੈ, ਅਤੇ ਜੇਕਰ ਮੈਂ ਚਾਹਵਾਂ ਤਾਂ ਵੀ ਉद्धार ਜਾਂ ਬੇੜਾ ਪਾਰ ਨਹੀਂ ਕਰ ਸਕਦਾ, ਮਤਲਬ ਜੇਕਰ ਆਪ ਜੀ ਚਾਹੋ ਤਾਂ ਵੀ ਕਿਸੇ ਨੂੰ ਠੀਕ ਨਹੀਂ ਕਰ ਸਕਦੇ। ਆਪ ਜੀ ਨੇ ਇਹ ਗੱਲ ਸਾਫ਼ ਤੌਰ ਤੇ ਸਭ ਨੂੰ ਕਹੀ ਹੈ ਕਿ ਆਪਣੇ ਲਈ ਮਿਹਨਤ ਆਪ ਹੀ ਕਰਨੀ ਹੈ, ਸਾਰਿਆਂ ਨੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਆਪ ਹੀ ਖਤਮ ਕਰਨਾ ਹੈ, ਤੇ ਇਸ ਕਰਕੇ ਗਿਆਨ ਅਤੇ ਯੋਗ ਦਾ ਹੀ ਲਾਸਟ ਸਹਾਰਾ ਹੈ ਇਸ ਦੁਨੀਆ ਤੇ ਮਨੁੱਖ ਲਈ, ਜਿਸ ਤੋਂ ਉਹ ਆਪਣਾ ਉद्धार ਕਰ ਸਕੇ। ਅਤੇ ਆਪ ਜੀ ਨੇ ਇਹ ਗਿਆਨ ਆਲਰੇਡੀ ਫ੍ਰੀ ਤੇ ਆਪਣੇ ਵੱਖਰੇ ਵੱਖਰੇ ਵੀਡੀਓਜ਼ ਤੇ ਦੱਸਿਆ ਹੈ, ਜਿਸ ਤਰ੍ਹਾਂ ਕਿ ਆਪ ਜੀ ਨੇ ਦ ਸੀਕ੍ਰੇਟ ਆਫ ਯੋਗਾ ਕਰਕੇ ਬਹੁਤ ਵਧੀਆ ਵੀਡੀਓ ਬਣਾਇਆ ਹੈ, ਜਿਸ ਦੇ ਅੰਦਰ ਆਪ ਜੀ ਨੇ ਆਪਣੀ ਪੂਰੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਿਆ ਹੈ। ਤੇ ਅਸੀਂ ਅੱਗੇ ਹੋਰ ਵੀ ਆਪ ਜੀ ਤੋਂ ਇਸ ਤਰ੍ਹਾਂ ਦੇ ਕੁਐਸਚਨਸ ਪੁੱਛਦੇ ਰਵਾਂਗੇ ਅਤੇ ਆਪ ਜੀ ਤੋਂ ਅਸੀਂ ਜਵਾਬ ਮੰਗਦੇ ਰਵਾਂਗੇ ਕਿ ਰਿਐਲਿਟੀ ਤੇ ਕੀ ਹੈ। ਤੇ ਹੁਣ ਤੱਕ ਲਈ ਬਾਪੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ। ਆਪ ਜੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਜੇਕਰ ਬਾਪੂ ਜੀ ਦੇ ਇਸ ਵੀਡੀਓ ਨੂੰ ਤੁਸੀਂ ਲਾਈਕ ਕੀਤਾ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ, ਤਾਂ ਕਿ ਬਾਪੂ ਜੀ ਦਾ ਇਹ ਅਮੁੱਲਾ ਗਿਆਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਆਪ ਜੀ ਸਾਰਿਆਂ ਦਾ ਬਹੁਤ ਧੰਨਵਾਦ। ਪਰਮ ਸ਼ਾਂਤੀ।